ਹੈਲੋ ਸਟੂਡੈਂਟਸ, ਟੀਵੀ ਸਕੂਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ ਬਹੁਤ ਸਵਾਗਤ ਹੈ। ਸੋ ਆਪਾਂ ਨਿਊਕਲੀਆਈ ਚੈਪਟਰ ਕਰ ਰਹੇ ਸੀ, ਜਿਹਦੇ ਵਿੱਚ ਹੁਣ ਆਪਾਂ ਅੱਜ 15ਵਾਂ ਲੈਕਚਰ ਕਰਨ ਜਾ ਰਹੇ ਹਾਂ। ਮੀਨਸ ਟੋਟਲ ਯੂਨਿਟ ਦੇ ਆਪਾਂ ਹੁਣ ਕੀ ਹੈ, ਹੁਣ ਤੱਕ ਫਿਲਹਾਲ 15 ਲੈਕਚਰਸ ਕਰ ਚੁੱਕੇ ਹਾਂ, ਸੋ ਇਨਕਲੂਡਿੰਗ ਅੱਜ ਵਾਲਾ। ਸੋ ਪਿਛਲੇ ਲੈਕਚਰ 'ਚ ਆਪਾਂ ਗੱਲ ਕੀਤੀ ਸੀ ਅਬਾਊਟ ਰੇਡੀਓ ਐਕਟੀਵਿਟੀ। ਸੋ ਰੇਡੀਓ ਐਕਟੀਵਿਟੀ ਦੇ ਵਿੱਚੋਂ ਐਕਟੀਵਿਟੀ ਟਰਮ ਮੈਂ ਸਮਝਾਈ ਸੀ ਪਿਛਲੇ ਲੈਕਚਰ ਦੇ ਵਿੱਚ ਕਿ ਐਕਟੀਵਿਟੀ ਕੀ ਹੁੰਦੀ ਹੈ। ਦੈਨ ਉਸ ਤੋਂ ਬਾਅਦ ਯੂਨਿਟਸ ਆਫ ਰੇਡੀਓ ਐਕਟੀਵਿਟੀ, ਕਿ ਉਹਦੇ ਕਿਹੜੇ ਯੂਨਿਟਸ ਹਨ। 3 ਯੂਨਿਟਸ ਦੀ ਆਪਾਂ ਗੱਲ ਕੀਤੀ ਸੀ, ਦੈਟ ਇਜ਼ ਕਿਊਰੀ, ਬੈਕਵੈਰਲ ਐਂਡ ਰਦਰਫੋਰਡ। ਸੋ 3 ਯੂਨਿਟਸ ਮੈਂ ਐਕਸਪਲੇਨ ਕੀਤੇ ਸੀ ਕਿ ਇਹਨਾਂ ਦੀ ਕਿੰਨੀ ਵੈਲਿਊ ਹੁੰਦੀ ਹੈ। 1 curie is equal to 3.7 into 10 raised to power 10 decays per second। ਇੱਕ ਸੈਕਿੰਡ ਮਤਲਬ ਇੰਨੀਆਂ ਡਿਕੇਜ਼ ਹੋ ਰਹੀਆਂ ਹਨ। ਦੈਨ ਉਸ ਸਬਸਟੈਂਸ ਦੀ, ਉਸ ਮਟੀਰੀਅਲ ਦੀ ਜਿਹੜੀ ਐਕਟੀਵਿਟੀ ਹੋਏਗੀ, ਸੋ ਉਹਨੂੰ ਆਪਾਂ ਇੱਦਾਂ ਡਿਫਾਈਨ ਕਰਾਂਗੇ। ਦੈਨ ਮਤਲਬ ਉਹਦੀ ਐਕਟੀਵਿਟੀ ਇੱਕ ਕਿਊਰੀ ਹੋਏਗੀ। 1 becquerel means 1 decay per second and 1 Rutherford is equal to 10 raised to power 6 decays per second। then ਇਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ about the nuclear reaction, ਕਿ nuclear reaction ਕੀ ਹੁੰਦੀ ਹੈ। that is the transformation of one stable nucleus। ਇੱਕ stable nucleus ਹੈ, ਉਹ transform ਹੋ ਗਿਆ ਇੱਕ ਨਵੇਂ nucleus ਦੇ ਵਿੱਚ, such that ਕਿਸ ਤਰ੍ਹਾਂ transform ਹੋਇਆ ਕਿ ਜਿਹੜਾ ਪਹਿਲਾਂ ਆਪਣੇ ਕੋਲ nucleus ਸੀ ਉਹਨੂੰ ਆਪਾਂ ਇੱਕ high energy particle ਦੇ ਨਾਲ collide ਕਰਵਾਇਆ। ਦੈਨ ਉਹਦੇ ਵਿੱਚ ਆਪਾਂ ਹੋਰ ਕੁਝ ਲਾਜ਼ ਵੀ ਪੜ੍ਹੇ ਸੀ ਕਿ ਕਿਹੜੇ ਲਾਜ਼ ਓਬੇ ਹੁੰਦੇ ਹਨ ਨਿਊਕਲੀਅਰ ਰਿਐਕਸ਼ਨਸ ਦੇ ਵਿੱਚ। ਦੈਨ ਇਸ ਤੋਂ ਬਾਅਦ ਆਪਾਂ ਕਿਊ ਵੈਲਿਊ ਆਫ ਰਿਐਕਸ਼ਨ, ਕਿਊ ਵੈਲਿਊ ਆਫ ਨਿਊਕਲੀਅਰ ਰਿਐਕਸ਼ਨ, ਉਹਦੀ ਇੰਪੋਰਟੈਂਸ ਦੇਖੀ ਕਿ ਉਹਦੀ ਕੀ ਇੰਪੋਰਟੈਂਸ ਹੈ ਜਾਂ ਉਹਦੇ ਤੋਂ ਆਪਾਂ ਨੂੰ ਕਿਸ ਚੀਜ਼ ਬਾਰੇ ਪਤਾ ਲੱਗ ਸਕਦਾ ਹੈ। ਦੈਨ ਆਪਾਂ ਦੇਖਿਆ ਸੀ ਨਿਊਕਲੀਅਰ ਫਿਜ਼ਨ ਕੀ ਹੁੰਦਾ ਹੈ। ਸੋ ਨਿਊਕਲੀਅਰ ਫਿਜ਼ਨ ਦੀ ਮੈਂ ਡੈਫੀਨੇਸ਼ਨ ਦਿੱਤੀ ਸੀ, ਦੈਟ ਇਟ ਇਜ਼ ਦ ਫਿਨੋਮੀਨਨ ਆਫ ਸਪਲਿਟਿੰਗ ਅਪ, ਸਪਲਿਟਿੰਗ ਮੀਨਸ ਟੁੱਟਣਾ, ਆਫ ਅ ਹੈਵੀ ਨਿਊਕਲੀਅਸ। ਹੈਵੀ ਅਬਾਊਟ ਜਿਹਦਾ ਮਾਸ ਨੰਬਰ ਮੀਨਸ ਕੈਪੀਟਲ ਏ ਦੀ ਵੈਲਿਊ 230 ਤੋਂ ਗ੍ਰੇਟਰ ਹੋਵੇ। ਸੋ ਅਬਾਊਟ ਉਹ ਸਾਰੇ ਐਲੀਮੈਂਟਸ ਦੇ ਵਿੱਚ ਕੀ ਹੈ, ਨਿਊਕਲੀਅਰ ਫਿਜ਼ਨ ਹੁੰਦੀ ਹੈ। ਸੋ ਉਹ ਵਾਲਾ ਹੈਵੀ ਨਿਊਕਲੀਅਸ ਕੀ ਹੈ, ਸਪਲਿਟ ਹੋ ਰਿਹਾ ਹੈ ਇਨਟੂ 2 ਔਰ ਮੋਰ ਲਾਈਟਰ ਨਿਊਕਲੀਆਈ। ਮਤਲਬ 2 ਜਾਂ 2 ਤੋਂ ਜ਼ਿਆਦਾ ਕੀ ਹਨ, ਉਹਦੇ ਫ੍ਰੈਗਮੈਂਟਸ ਬਣ ਰਹੇ ਹਨ, ਪਾਰਟਸ ਬਣ ਰਹੇ ਹਨ। ਲਾਈਟਰ ਨਿਊਕਲੀਆਈ ਮੀਨਸ ਜਿਹੜਾ ਉਹਨਾਂ ਦਾ ਮਾਸ ਨੰਬਰ ਹੋਏਗਾ ਉਹ ਕੀ ਹੋਏਗਾ, ਘੱਟ ਹੋਏਗਾ। ਮੀਨਸ ਉਹਨਾਂ 'ਚ ਜਿਹੜੇ ਨੰਬਰ ਆਫ ਨਿਊਕਲੀਅਨਸ ਹੋਣਗੇ ਉਹ ਕੀ ਹਨ, ਘੱਟ ਹੋਣਗੇ। ਸੋ ਨਿਊਕਲੀਅਰ ਫਿਜ਼ਨ ਦੀ ਆਪਾਂ ਕੀ ਡਿਸਕਸ਼ਨ ਕੀਤੀ ਸੀ ਪਿਛਲੇ ਲੈਕਚਰ ਦੇ ਵਿੱਚ। ਹੁਣ ਇਸ ਲੈਕਚਰ 'ਚ ਹੁਣ ਆਪਾਂ ਅੱਗੇ ਆਪਣਾ ਨੈਕਸਟ ਟੌਪਿਕ ਕਰਦੇ ਹਾਂ, ਦੈਟ ਇਜ਼ ਨਿਊਕਲੀਅਰ ਫਿਊਜ਼ਨ। ਸੋ ਫਰਸਟ ਟੌਪਿਕ ਇਜ਼ ਨਿਊਕਲੀਅਰ ਫਿਊਜ਼ਨ। ਸੋ ਪਹਿਲੇ ਆਪਾਂ ਕੀਤਾ ਨਿਊਕਲੀਅਰ ਫਿਜ਼ਨ, ਹੁਣ ਕੀ ਹੈ ਨਿਊਕਲੀਅਰ ਫਿਊਜ਼ਨ। ਸੋ ਆਮ ਤੌਰ ਤੇ ਬੱਚੇ ਕੀ ਹਨ, ਦੋਨਾਂ ਦੇ ਵਿੱਚ ਕਨਫਿਊਜ਼ ਹੋਏ ਰਹਿੰਦੇ ਹਨ ਕਿ ਫਿਊਜ਼ਨ ਕੀ ਹੈ, ਫਿਜ਼ਨ ਕੀ ਹੈ। ਸੋ ਫਿਜ਼ਨ ਕੀ ਹੈ, ਜੋ ਆਪਾਂ ਲਾਸਟ ਟਾਈਮ ਕੀਤਾ, ਫਿਜ਼ਨ ਇਜ਼ ਇਹਦੇ ਵਿੱਚ ਇੱਕ ਵੱਡਾ, ਇੱਕ ਹੈਵੀਅਰ ਨਿਊਕਲੀਅਸ ਹੈ ਆਪਣੇ ਕੋਲ, ਉਹਦੀ ਫ੍ਰੈਗਮੈਂਟੇਸ਼ਨ ਹੋ ਰਹੀ ਹੈ। ਮੀਨਸ ਉਹ ਸਪਲਿਟ ਹੋ ਰਿਹਾ ਹੈ ਪਾਰਟਸ ਦੇ ਵਿੱਚ। ਕਿਹੜੇ ਪਾਰਟਸ ਦੇ ਵਿੱਚ, ਇਨਟੂ 2 ਔਰ ਮੋਰ ਲਾਈਟਰ ਨਿਊਕਲੀਆਈ। ਉਹ ਹੁੰਦੀ ਹੈ ਫਿਜ਼ਨ, ਮੀਨਸ ਟੁੱਟਣਾ। ਫਿਊਜ਼ਨ ਹੁਣ ਕਿੱਦਾਂ ਯਾਦ ਰੱਖ ਸਕਦੇ ਹਾਂ ਆਪਾਂ, ਫਿਊਜ਼ਨ ਮੀਨਸ ਜੁੜਨਾ, ਫਿਊਜ਼ ਹੋਣਾ। ਜਿਵੇਂ ਫਿਊਜ਼ ਵਰਡ ਤੁਸੀਂ ਸੁਣਿਆ ਹੋਏਗਾ ਆਮ ਤੌਰ ਤੇ, ਫਿਊਜ਼ ਹੋਣਾ ਮੀਨਸ ਆਪਸ ਵਿੱਚ ਇਕੱਠੇ ਹੋਣਾ ਜਾਂ ਜੁੜ ਜਾਣਾ। ਸੋ ਇਦਾਂ ਤੁਸੀਂ ਯਾਦ ਰੱਖ ਸਕਦੇ ਹੋ ਕਿ ਫਿਜ਼ਨ ਔਰ ਫਿਊਜ਼ਨ ਦੇ ਵਿੱਚੋਂ ਮਤਲਬ ਕਿਹੜਾ ਵਾਲਾ ਰਿਪਰੈਜ਼ੈਂਟ ਕਰ ਰਿਹਾ ਹੈ ਕਿ ਜੁੜ ਰਹੇ ਹਨ ਨਿਊਕਲੀਆਈ, ਔਰ ਕਿਹੜਾ ਰਿਪਰੈਜ਼ੈਂਟ ਕਰ ਰਿਹਾ ਹੈ ਕਿ ਇੱਕ ਹੈਵੀਅਰ ਨਿਊਕਲੀਅਸ ਟੁੱਟ ਰਿਹਾ ਹੈ। ਸੋ ਫਿਊਜ਼ਨ ਮੀਨਸ ਜੁੜਨਾ ਜਾਂ ਫਿਰ ਇਕੱਠੇ ਹੋਣਾ। ਹੁਣ ਆਪਾਂ ਗੱਲ ਕਰੀਏ ਫਿਊਜ਼ਨ ਦੀ। ਸੋ ਪਹਿਲਾਂ ਇਹਨੂੰ ਡਿਫਾਈਨ ਕਰਦੇ ਹਾਂ ਕਿ ਵਾਟ ਇਜ਼ ਨਿਊਕਲੀਅਰ ਫਿਊਜ਼ਨ। ਸੋ ਨਿਊਕਲੀਅਰ ਫਿਊਜ਼ਨ ਜਾਂ ਫਿਰ ਇਟ ਇਜ਼ ਦ phenomenon of fusing of 2 or more lighter nuclei to form a single heavier या फिर heavy nucleus। सो ਇਹ ਕੀ ਹੋਗੀ ਡੈਫੀਨੇਸ਼ਨ ਨਿਊਕਲੀਅਰ ਫਿਊਜ਼ਨ ਦੀ। ਸੋ ਬਹੁਤ ਸਿੰਪਲ ਜੀ ਭਾਸ਼ਾ ਦੇ ਵਿੱਚ ਫਿਊਜ਼ਨ ਕੀ ਹੁੰਦਾ ਹੈ ਕਿ ਆਪਣੇ ਕੋਲ 2 ਜਾਂ 2 ਤੋਂ ਜ਼ਿਆਦਾ ਕੀ ਹਨ, ਲਾਈਟਰ ਨਿਊਕਲੀਆਈ ਹਨ, ਮਤਲਬ ਜਿਨ੍ਹਾਂ ਦਾ ਮਾਸ ਨੰਬਰ ਘੱਟ ਹੈ, ਉਹ ਆਪਸ ਦੇ ਵਿੱਚ ਮਿਲ ਕੇ ਜਾਂ ਜੁੜ ਕੇ ਕੀ ਕਰਦੇ ਹਨ,
ਇੱਕ ਵੱਡਾ ਨਿਊਕਲੀਅਸ ਫਾਰਮ ਕਰਦੇ ਹਨ ਜਿਹੜਾ ਕੀ ਹੁੰਦਾ ਹੈ ਹੈਵੀ ਹੁੰਦਾ ਹੈ ਮੀਨਸ ਉਹਦਾ ਮਾਸ ਨੰਬਰ ਕੀ ਹੋਏਗਾ ਜ਼ਿਆਦਾ ਹੋਏਗਾ ਸੋ ਦੈਟ ਪ੍ਰੋਸੈਸ ਇਜ਼ ਕਾਲਡ ਨਿਊਕਲੀਅਰ ਫਿਊਜ਼ਨ ਨਿਊਕਲੀਅਰ ਵਰਡ ਕਿਉਂ ਯੂਜ਼ ਕਰਦੇ ਹਾਂ ਬਿਕੋਜ਼ ਆਪਾਂ ਨਿਊਕਲੀਅਸ ਦੀ ਗੱਲ ਕਰ ਰਹੇ ਹਾਂ ਮਤਲਬ ਨਿਊਕਲੀਆਈ ਕੰਬਾਈਨ ਹੋਏ ਔਰ ਇੱਕ ਵੱਡਾ ਨਿਊਕਲੀਅਸ ਬਣਿਆ ਇਹ ਚੀਜ਼ ਮੈਂ ਪਹਿਲਾਂ ਵੀ ਦੱਸੀ ਸੀ ਕਿ ਨਿਊਕਲੀਆਈ ਕਿੱਥੇ ਯੂਜ਼ ਕਰਦੇ ਹਾਂ ਆਪਾਂ ਤੇ ਨਿਊਕਲੀਅਸ ਕਿੱਥੇ ਵਰਡ ਯੂਜ਼ ਕਰਦੇ ਹਾਂ ਨਿਊਕਲੀਅਸ ਜਦੋਂ ਆਪਾਂ ਸਿਰਫ ਇੱਕ ਦੀ ਗੱਲ ਕਰ ਰਹੇ ਹਾਂ ਜਿਵੇਂ ਅ ਸਿੰਗਲ ਹੈਵੀ ਨਿਊਕਲੀਅਸ ਦੈਨ ਨਿਊਕਲੀਅਸ ਲਿਖਾਂਗੇ ਜਦੋਂ ਆਪਾਂ ਇੱਕ ਤੋਂ ਜ਼ਿਆਦਾ ਨਿਊਕਲੀਅਸ ਦੀ ਗੱਲ ਕਰ ਰਹੇ ਹਾਂ ਦੈਨ ਆਪਾਂ ਪਲੂਰਲ ਫਾਰਮ ਯੂਜ਼ ਕਰਦੇ ਹਾਂ ਦੈਟ ਇਜ਼ ਨਿਊਕਲੀਆਈ ਸੋ ਇਹ ਵੀ ਕਈ ਵਾਰ ਕਨਫਿਊਜ਼ਨ ਰਹਿੰਦੀ ਹੈ ਬੱਚਿਆਂ ਨੂੰ ਕਿ ਨਿਊਕਲੀਆਈ ਤੇ ਨਿਊਕਲੀਅਸ 'ਚ ਕੀ ਡਿਫਰੈਂਸ ਹੈ ਤੇ ਕਦੋਂ ਯੂਜ਼ ਕਰਨਾ ਹੈ ਸੋ ਇਹ ਹੋ ਗਈ ਆਪਣੀ ਡੈਫੀਨੇਸ਼ਨ ਆਫ ਨਿਊਕਲੀਅਰ ਫਿਊਜ਼ਨ ਬਿਲਕੁਲ ਉਲਟੀ ਡੈਫੀਨੇਸ਼ਨ ਹੈ ਨਿਊਕਲੀਅਰ ਫਿਊਜ਼ਨ ਦੀ ਫਿਜ਼ਨ ਨਾਲੋਂ ਇੱਕ ਦੂਜੇ ਦੇ ਕੀ ਹਨ ਆਪੋਜ਼ਿਟ ਹਨ ਫਿਜ਼ਨ 'ਚ ਕੀ ਹੁੰਦਾ ਹੈ ਵੱਡਾ ਹੈਵੀਅਰ ਨਿਊਕਲੀਅਸ ਸਪਲਿਟਸ ਅਪ ਇਨਟੂ ਲਾਈਟਰ ਨਿਊਕਲੀਆਈ ਇਹਦੇ 'ਚ ਕੀ ਹੈ ਲਾਈਟ ਨਿਊਕਲੀਆਈ ਹਨ ਉਹ ਆਪਸ 'ਚ ਇਕੱਠੇ ਹੋ ਕੇ ਫਿਊਜ਼ ਹੋ ਕੇ ਕੀ ਬਣਾਉਂਦੇ ਹਨ ਇੱਕ ਹੈਵੀਅਰ ਨਿਊਕਲੀਅਸ ਦੈਨ ਹੁਣ ਅੱਗੇ ਗੱਲ ਕਰੀਏ ਇਹਦੀ ਨਿਊਕਲੀਅਰ ਫਿਊਜ਼ਨ ਦੀ ਇਹਦੇ ਵਿੱਚ ਵੀ ਹੁਣ ਕੀ ਹੈ ਬਹੁਤ ਜ਼ਿਆਦਾ ਹਾਈ ਅਮਾਉਂਟ ਆਫ એનર્ਜੀ ਕੀ ਹੈ ਰਿਲੀਜ਼ ਹੁੰਦੀ ਹੈ ਜਿਵੇਂ ਕਿ ਫਿਜ਼ਨ ਦੇ ਵਿੱਚ ਵੀ ਰਿਲੀਜ਼ ਹੁੰਦੀ ਹੈ ਉਹ ਕਿਸ ਤਰ੍ਹਾਂ ਬਿਕੋਜ਼ ਇਹਦੇ ਵਿੱਚ ਵੀ ਜਦ ਆਪਾਂ ਕੈਲਕੂਲੇਟ ਕਰਦੇ ਹਾਂ ਮਾਸ ਆਫ ਦਾ ਫਾਈਨਲ ਪ੍ਰੋਡਕਟ ਜਿਹੜਾ ਆਪਣੇ ਕੋਲ ਇੱਕ ਹੈਵੀ ਨਿਊਕਲੀਅਸ ਆ ਰਿਹਾ ਹੈ ਜਿਹੜਾ ਉਹ ਮਾਸ ਹੈ ਉਹ ਕੀ ਹੈ ਥੋੜਾ ਜਿਹਾ ਘੱਟ ਹੁੰਦਾ ਹੈ ਦੈਨ ਦਾ ਮਾਸ ਆਫ ਕਿਹੜਾ ਮਾਸ ਜਿਹੜੇ ਆਪਣੇ ਕੋਲ ਪਹਿਲੇ ਦੋ ਨਿਊਕਲੀਆਈ ਸੀਗੇ ਜਿਹੜੇ ਆਪਸ ਦੇ ਵਿੱਚ ਫਿਊਜ਼ ਹੋਏ ਨੇ ਮੰਨ ਲਓ ਆਪਣੇ ਕੋਲ ਦੋ ਨਿਊਕਲੀਆਈ ਸੀ so 1 and 2 after fusing ਆਪਣੇ ਕੋਲ ਕੀ ਹੈ ਇੱਕ ਹੈਵੀ ਨਿਊਕਲੀਅਸ ਆਇਆ ਜਸਟ ਮੈਂ ਨੰਬਰਸ ਲਿਖੇ ਹਨ ਰਿਪਰੈਜ਼ੈਂਟ ਕਰਨ ਦੇ ਲਈ 1 2 and 3 ਮਤਲਬ ਜਸਟ ਉਹਨਾਂ ਨੂੰ ਨਾਮ ਦਿੱਤਾ ਹੈ ਮੈਂ ਦੈਨ ਹੁਣ ਇਹਨਾਂ ਦੋਨਾਂ ਦਾ ਜਿਹੜਾ ਮਾਸ ਹੋਏਗਾ 1 ਤੇ 2 ਦਾ ਜਿਹੜਾ ਮਾਸ ਹੈ ਉਹਨੂੰ ਕੰਬਾਈਨ ਕਰੀਏ ਔਰ ਜਿਹੜਾ ਇਹਦਾ ਮਾਸ ਹੋਏਗਾ ਆਪਾਂ ਕੀ ਦੇਖਿਆ ਕਿ ਜਿਹੜਾ ਇਹ ਮਾਸ ਹੈ that is slightly less than ਹਲਕਾ ਜਿਹਾ ਘੱਟ ਹੈ ਕਿਹਦੇ ਨਾਲੋਂ ਇਹਨਾਂ ਦੋਨਾਂ ਦੇ ਮਾਸਿਸ ਦੇ ਸਮ ਨਾਲੋਂ ਸੋ ਥੋੜਾ ਜਿਹਾ ਮਾਸ ਕੀ ਹੈ ਡਿਸਅਪੀਅਰ ਹੋ ਰਿਹਾ ਹੈ ਸੋ ਇਹ ਗੱਲ ਮੈਂ ਪਹਿਲਾਂ ਵੀ ਕੀਤੀ ਹੈ ਕਿ ਸਮਾਲ ਅਮਾਉਂਟ ਆਫ ਮਾਸ ਉਹ ਕੀ ਹੈ ਵਿੱਚੋਂ ਡਿਸਅਪੀਅਰ ਹੋ ਜਾਂਦਾ ਹੈ ਜਾਂ ਖਤਮ ਹੋ ਜਾਂਦਾ ਹੈ ਜਿਹਨੂੰ ਕਿ ਆਪਾਂ ਕੀ ਲਿਖਦੇ ਹਾਂ ਡੈਲਟਾ ਐਮ ਜਾਂ ਫਿਰ ਮਾਸ ਡਿਫੈਕਟ ਹੁਣ ਇਸ ਮਾਸ ਦੇ ਡਿਸਅਪੀਅਰ ਹੋਣ ਕਰਕੇ ਅਕੋਰਡਿੰਗ ਟੂ ਦਾ ਆਇਨਸਟਾਈਨ ਮਾਸ એનર્ਜੀ ਇਕੁਇਵੈਲੈਂਸ ਰਿਲੇਸ਼ਨ ਉਹਦੇ ਅਕੋਰਡਿੰਗਲੀ ਅਗਰ ਕੁਝ ਮਾਸ ਡਿਸਅਪੀਅਰ ਹੋ ਰਿਹਾ ਹੈ ਦੈਨ ਉਹਦੀ ਜਗ੍ਹਾ ਤੇ ਕੀ ਹੈ ਕੁਝ ਸਮ ਅਮਾਉਂਟ ਆਫ એનર્ਜੀ ਪ੍ਰੋਡਿਊਸ ਹੋਣੀ ਚਾਹੀਦੀ ਹੈ ਸੋ ਉਹ એનર્ਜੀ ਕਿੱਦਾਂ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਬਾਈ ਦਾ ਰਿਲੇਸ਼ਨ E is equal to delta mc square so ਇੰਨੀ એનર્ਜੀ ਕੀ ਹੈ ਜਦੋਂ ਫਿਊਜ਼ਨ ਹੋ ਰਹੀ ਹੈ ਉਸ ਟਾਈਮ ਤੇ ਰਿਲੀਜ਼ ਹੋਏਗੀ ਸੋ ਜਿਵੇਂ ਕਿ ਫਿਜ਼ਨ ਦੇ ਵਿੱਚ ਵੀ ਆਪਾਂ ਪੜਿਆ ਸੀ ਉਹਦੇ ਵਿੱਚ ਵੀ ਸਮ ਮਾਸ ਡਿਫੈਕਟ ਇਜ਼ देयर ਕੁਝ ਮਾਸ ਡਿਫੈਕਟ ਹੁੰਦਾ ਹੈ ਦੈਨ ਅਕੋਰਡਿੰਗ ਟੂ ਦਿਸ ਰਿਲੇਸ਼ਨ ਇਹਦੇ ਅਕੋਰਡਿੰਗਲੀ ਇੰਨੀ એનર્ਜੀ ਉਹਦੇ ਚ ਵੀ ਰਿਲੀਜ਼ ਹੋ ਰਹੀ ਸੀ ਸਿਮਿਲਰਲੀ ਫਿਊਜ਼ਨ ਦੇ ਵਿੱਚ ਕੀ ਹੈ ਹਾਈ ਅਮਾਉਂਟ ਆਫ એનર્ਜੀ ਇਜ਼ ਆਲਸੋ ਰਿਲੀਜ਼ਡ now ਆਪਾਂ ਕੁਝ ਐਗਜ਼ਾਮਪਲਸ ਦੇਖਦੇ ਹਾਂ ਨਿਊਕਲੀਅਰ ਫਿਊਜ਼ਨ ਦੀਆਂ ਸੋ ਉਹਦੇ ਵਿੱਚ ਵੀ ਆਪਾਂ ਇੱਕ ਐਗਜ਼ਾਮਪਲ ਦੇਖੀ ਸੀ ਯੂਰੇਨੀਅਮ ਨਿਊਕਲੀਅਸ ਦੀ ਸੋ ਹੁਣ ਇਹਦੀਆਂ ਕੁਝ ਐਗਜ਼ਾਮਪਲਸ ਦੇਖੀਏ ਸੋ ਫਰਸਟਲੀ ਸੋ ਇਹ ਦੋਨੋਂ ਕੰਬਾਈਨ ਕਰਕੇ ਆਪਾਂ ਨੂੰ ਦੇਣਗੇ 1H1 ਇੱਧਰ ਆਪਣੇ ਕੋਲ ਆ ਰਿਹਾ ਹੈ this ਨਾਲ ਇੱਕ ਪੋਜ਼ਿਟਰੋਨ मेगा इलेक्ट्रॉन सो पहले मैं लिखता हूँ 2-3 एग्जाम्पल्स देन देखते हैं नेक्स्ट एग्जाम्पल है दो ए कंबाइन करके एक ही बनाओगे अपने को लाएगा एक आइसोटोप आएगा हीलियम दा प्लस न्यूट्रॉन प्लस अगेन कुछ सम अमाउंट ऑफ एनर्जी आपने को आएगी दैट इज अबाउट 3.27 मेगा इलेक्ट्रॉन वोल्ट्स एक एग्जांपल और देखिए आप थर्ड एग्जांपल सो यही दोनों मैं ले रही हाँ रिएक्टर मतलब स्टार्टिंग वाले जड़े न्यूक्लियाई ने सो ਇਹਦਾ रिजल्ट अपने को ये भी आ सकता है दैट इज प्लस और अगेन नाल की आएगा सम अमाउंट ऑफ एनर्जी 4.03 ਦੇ ਕਰੀਬ एनर्जी सो मैं 3 रिएक्शंस लिखिया ਹਨ ਤਿੰਨੋਂ ਕੀ ਹਨ ਦੇ ਆਰ ਦ ਐਗਜ਼ਾਮਪਲਸ ਆਫ ਨਿਊਕਲੀਅਰ ਫਿਊਜ਼ਨ ਰਿਐਕਸ਼ਨਸ ਸੋ ਤਿੰਨਾਂ ਦੇ ਵਿੱਚ ਕੀ ਹੋ ਰਹੀ ਹੈ ਫਿਊਜ਼ਨ ਹੋ ਰਹੀ ਹੈ ਫਿਊਜ਼ਨ ਹੁਣ ਕਿਸ ਤਰ੍ਹਾਂ ਬਿਕਾਜ਼ ਇੱਥੇ ਕੀ ਹਨ ਇਹ ਦੋਨੋਂ ਆਪਣੇ ਕੋਲ ਕੀ ਸੀ ਲਾਈਟਰ ਨਿਊਕਲੀਆਈ ਸੀਗੇ ਹੁਣ ਦੇ ਆਰ ਰਿਪਰੈਜ਼ੈਂਟਿੰਗ ਅ ਪ੍ਰੋਟੋਨ ਨਾ ਆਪਾਂ ਪ੍ਰੋਟੋਨ ਨੂੰ ਕੀ ਹੈ ਇਹਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ ਸੋ ਇਹ ਮੈਂ ਚੀਜ਼ ਪਹਿਲਾਂ ਹੀ ਦੱਸੀ ਹੋਈ ਹੈ ਕਿ ਪ੍ਰੋਟੋਨ ਨੂੰ ਆਪਾਂ ਇਸ ਤਰ੍ਹਾਂ ਰਿਪਰੈਜ਼ੈਂਟ ਕਰਦੇ ਹਾਂ 1H1 ਇੱਕ ਪ੍ਰੋਟੋਨ ਐਂਡ ਇੱਕ ਪ੍ਰੋਟੋਨ ਸੋ ਇਹ ਲਾਈਟਰ एलिमेंट सो लाइटर न्यूक्लियाई ਸੀਗੇ ਆਫਟਰ ਕੰਬਾਈਨਿੰਗ ਆਪਾਂ ਨੂੰ ਕੀ ਦੇ ਰਹੇ ਹਨ 2H1 ਇਹਨੂੰ ਆਪਾਂ ਬੋਲਦੇ ਹਾਂ ਡਿਊਟਰੋਨ
ਸੋ ਫਰਸਟ ਕੇਸ ਦੇ ਵਿੱਚ ਪ੍ਰੋਟੋਨ ਪਲਸ ਪ੍ਰੋਟੋਨ ਆਪਾਂ ਨੂੰ ਕੀ ਮਿਲ ਰਿਹਾ ਹੈ, ਦਿਸ ਇਜ਼ ਡਿਊਟਰੋਨ। ਸੋ ਜਿਵੇਂ ਕਿ ਆਪਾਂ ਆਈਸੋਟੋਪਸ ਦੀ ਗੱਲ ਕੀਤੀ ਸੀ, ਹਾਈਡਰੋਜਨ ਦੇ ਆਈਸੋਟੋਪਸ ਪ੍ਰੋਟੀਅਮ, ਡਿਊਟੀਰੀਅਮ, ਟ੍ਰੀਟੀਅਮ। ਸੋ ਸਿਮਿਲਰਲੀ ਇਹ ਕੀ ਹਨ, ਪਾਰਟੀਕਲ ਦੇ ਨੇਮਸ। ਸੋ दैट इज ਪ੍ਰੋਟੋਨ, ਪ੍ਰੋਟੋਨ, ਡਿਊਟਰੋਨ। ਇਹ ਕੀ ਹੈ, E ਦੇ ਨਾਲ ਪਲੱਸ ਦਾ ਸਾਈਨ ਹੈ, दैट इज ਪੋਜ਼ਿਟਰੋਨ। ਜਿਸ ਤਰ੍ਹਾਂ ਆਪਾਂ ਇਲੈਕਟ੍ਰੋਨ ਲਿਖਦੇ ਹਾਂ E ਦੇ ਨਾਲ ਨੈਗੇਟਿਵ ਸਾਈਨ, ਇਹ ਕੀ ਹੈ, ਉਹਦਾ ਐਂਟੀ ਪਾਰਟੀਕਲ ਹੈ, दैट इज ਪੋਜ਼ਿਟਰੋਨ। ਸੋ ਇਹਦੇ ਨਾਲ ਪੋਜ਼ਿਟਰੋਨ ਆ ਰਿਹਾ ਹੈ। ਨਾਲ ਨਿਊਟਰੀਨੋ। ਸੋ ਨਿਊਟਰੀਨੋ ਬਾਰੇ ਹਜੇ ਫਿਲਹਾਲ ਆਪਾਂ ਕੋਈ ਗੱਲ ਨਹੀਂ ਕੀਤੀ। ਸੋ ਅਗਲੇ ਵਾਲੇ ਚੈਪਟਰਸ ਦੇ ਵਿੱਚ ਹੋਪਫੁਲੀ ਤੁਸੀਂ ਇਹ ਵੀ ਪੜੋਗੇ। ਨਿਊਟਰੀਨੋ ਕੁਝ ਅਮਾਉਂਟ ਆਫ એનર્ਜੀ, ਪਲੱਸ ਸਾਈਨ ਹੈ, ਮੀਨਸ ਇਹ એનર્ਜੀ ਕੀ ਹੈ, ਰਿਲੀਜ਼ ਹੋ ਰਹੀ ਹੈ। ਕਿੰਨੀ ਅਮਾਉਂਟ ਆਫ એનર્ਜੀ, 0.42 ਮੈਗਾ ਇਲੈਕਟ੍ਰੋਨ ਵੋਲਟ। ਨੈਕਸਟ ਐਗਜ਼ਾਮਪਲ, ਉਹਦੇ ਵਿੱਚ ਵੀ ਕੀ ਹੈ, ਦੋ ਡਿਊਟਰੋਨਸ ਕੰਬਾਈਨ ਹੋ ਰਹੇ ਹਨ, ਡਿਊਟਰੋਨ ਪਲੱਸ ਡਿਊਟਰੋਨ। ਆਪਣੇ ਕੋਲ ਕੀ ਹੈ, ਇੱਕ ਆਈਸੋਟੋਪ ਆ ਰਿਹਾ ਹੈ ਹੀਲੀਅਮ ਦਾ। ਸੋ ਇੱਕ ਲਾਈਟ ਆਈਸੋਟੋਪ ਹੈ ਹੀਲੀਅਮ ਦਾ, ਪਲੱਸ ਨਿਊਟਰੋਨ, ਇੱਕ ਨਿਊਟਰੋਨ ਨਾਲ ਸਮ ਅਮਾਉਂਟ ਆਫ એનર્ਜੀ 3.27 ਮੈਗਾ ਇਲੈਕਟ੍ਰੋਨ ਵੋਲਟ। ਲਾਸਟਲੀ ਕੀ ਹੈ, ਦੋਨੋਂ ਹੀ ਮੈਂ ਕੀ ਲਿੱਤੇ ਹਨ, ਸਟਾਰਟਿੰਗ ਜਿਹੜੇ ਲਾਈਟ ਨਿਊਕਲੀਆਈ ਸੀ ਸੇਮ ਹੀ ਨੇ। ਸੋ ਇਨ ਦਿਸ ਕੇਸ ਮੈਂ ਕੀ ਸ਼ੋ ਕੀਤਾ ਹੈ, ਜਿਹੜੇ ਪ੍ਰੋਡਕਟਸ ਨੇ ਉਹ ਵੇਰੀ ਕਰ ਸਕਦੇ ਹਨ। ਸੋ ਇਸ ਕੇਸ ਕੀ ਹੈ, ਦੋ ਡਿਊਟਰੋਨ ਕੰਬਾਈਨ ਹੋ ਕੇ ਆਪਾਂ ਨੂੰ ਕੀ ਦੇ ਰਹੇ ਹਨ, दैट इज ਦਿਸ ਥਿੰਗ, ਟ੍ਰਾਈਟੋਨ। ਇਹਨੂੰ ਟ੍ਰਾਈਟੋਨ ਬੋਲਿਆ ਜਾਂਦਾ ਹੈ, दैट इज ਪ੍ਰੋਟੋਨ ਪਲੱਸ 4.03 ਮੈਗਾ ਇਲੈਕਟ੍ਰੋਨ ਵੋਲਟ ਆਫ એનર્ਜੀ। ਸੋ ਸਭ ਦੇ ਵਿੱਚ ਹੀ ਕੀ ਹੈ, એનર્ਜੀ ਰਿਲੀਜ਼ ਹੋ ਰਹੀ ਹੈ ਔਰ ਮੈਗਾ ਇਲੈਕਟ੍ਰੋਨ ਵੋਲਟ ਰਿਲੀਜ਼ ਹੋ ਰਹੀ ਹੈ। ਮੈਗਾ ਇਲੈਕਟ੍ਰੋਨ ਵੋਲਟ, ਮੈਗਾ ਮੀਨਸ 10⁻⁶ ਇਲੈਕਟ੍ਰੋਨ ਵੋਲਟਸ। ਸੋ ਇੰਨੀ ਜ਼ਿਆਦਾ ਹਾਈ ਅਮਾਉਂਟ ਆਫ એનર્ਜੀ ਕੀ ਹੈ, ਨਿਊਕਲੀਅਰ ਫਿਊਜ਼ਨ ਰਿਐਕਸ਼ਨ ਦੇ ਵਿੱਚ ਇਮਿਟ ਹੁੰਦੀ ਹੈ। ਹੁਣ ਅਗਰ ਆਪਾਂ ਧਿਆਨ ਨਾਲ ਦੇਖੀਏ ਕਿ ਸਭ ਕੇਸਿਸ ਦੇ ਵਿੱਚ ਜਿਵੇਂ ਪ੍ਰੋਟੋਨਸ, ਡਿਊਟਰੋਨਸ, ਇਹ ਕੀ ਹਨ, these are positively charged particles। ਇਹ ਸਾਰੇ ਆਪਸ ਦੇ ਵਿੱਚ ਕੰਬਾਈਨ ਹੋ ਕੇ ਆਪਾਂ ਨੂੰ ਕੀ ਹਨ, ਇਹ ਵਾਲੇ ਪ੍ਰੋਡਕਟਸ ਦੇ ਰਹੇ ਹਨ। ਬਟ ਜਦੋਂ ਕੋਈ ਪੋਜ਼ਿਟਿਵ ਪਾਰਟੀਕਲ, ਮਤਲਬ ਪੋਜ਼ਿਟਿਵਲੀ ਚਾਰਜ ਪਾਰਟੀਕਲ ਕਿਸੇ ਹੋਰ ਪੋਜ਼ਿਟਿਵਲੀ ਚਾਰਜ ਪਾਰਟੀਕਲ ਦੇ ਨੇੜੇ ਆਉਂਦਾ ਹੈ, ਦੈਨ ਉੱਥੇ ਕੀ ਹੁੰਦੀ ਹੈ, ਰਿਪਲਸ਼ਨ ਹੁੰਦੀ ਹੈ। ਇੱਕ ਦੂਜੇ ਨੂੰ ਕੀ ਹਨ, ਇੱਕ ਦੂਸਰੇ ਤੋਂ ਮਤਲਬ ਦੂਰ ਦੂਰ ਜਾਂਦੇ ਹਨ, ਦੇयर ਇਜ਼ ਰਿਪਲਸ਼ਨ। ਸੋ ਜਿਵੇਂ ਹੀ ਉਹ ਇੱਕ ਦੂਸਰੇ ਦੇ ਨੇੜੇ ਆਉਣਾ ਸ਼ੁਰੂ ਕਰਦੇ ਹਨ, ਉਹਨਾਂ ਦੇ ਵਿਚਕਾਰ ਕੀ ਹੈ, ਰਿਪਲਸ਼ਨ। ਮਤਲਬ ਰਿਪਲਸ਼ਨ ਜਿਹੜੀ ਫੋਰਸ ਹੁੰਦੀ ਹੈ, ਰਿਪਲਸ਼ਨ ਕਰਕੇ ਉਹ ਇੱਕ ਦੂਜੇ ਦੇ ਨੇੜੇ ਨਹੀਂ ਜਾ ਪਾਉਂਦੇ। ਸੋ ਉੱਥੇ ਕੀ ਹੁੰਦਾ ਹੈ, ਬਿਕੋਜ਼ ਉਹਨਾਂ ਨੇ ਫਿਊਜ਼ ਕਰਨਾ ਹੈ, ਸੋ देयर ਐਗਜ਼ਿਸਟ ਅ ਬੈਰੀਅਰ। ਬੈਰੀਅਰ ਕਿਉਂ, ਬਿਕੋਜ਼ ਉੱਥੇ ਇੱਕ ਰਿਪਲਸ਼ਨ ਹੈ। ਸੋ ਉਹਨਾਂ ਨੂੰ ਫਿਊਜ਼ ਨਹੀਂ ਹੋਣ ਦੇ ਰਹੀ, दैट ਬੈਰੀਅਰ, ਉਹਨੂੰ ਆਪਾਂ ਕੀ ਬੋਲਦੇ ਹਾਂ, दैट इज कॉल्ड ਕੂਲਮ ਬੈਰੀਅਰ। ਨੇਮ ਇਜ਼ ਕੂਲਮ ਬੈਰੀਅਰ। ਹੁਣ ਕੂਲਮ ਦਾ ਨਾਮ ਕਿਉਂ, ਬਿਕੋਜ਼ ਕੂਲਮ ਦੇ ਦੁਆਰਾ ਹੀ ਦੱਸਿਆ ਗਿਆ ਸੀ ਕਿ ਜਿਹੜੀ ਉਹਨਾਂ 'ਚ ਫੋਰਸ ਐਗਜ਼ਿਸਟ ਕਰਦੀ ਹੈ ਚਾਰजेस ਦੇ ਵਿੱਚ, ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਜਾਂ ਇਲੈਕਟ੍ਰੋਸਟੈਟਿਕ ਫੋਰਸ ਆਫ ਰਿਪਲਸ਼ਨ। ਸੋ ਇਹ ਸਾਰੀ ਕਿਹਦੇ ਵੱਲੋਂ ਦਿੱਤੀ ਗਈ ਸੀ, ਥਿਊਰੀ ਜਾਂ ਫਾਰਮੂਲਾ ਕਿਹਨਾਂ ਵੱਲੋਂ ਦਿੱਤਾ ਗਿਆ ਸੀ, दैट इज ਕੂਲਮ। ਸੋ ਬੈਰੀਅਰ ਵੀ ਹੁਣ ਕੀ ਹੈ, ਚਾਰजेस ਕਰਕੇ ਆ ਰਿਹਾ ਹੈ। ਸੋ दैट इज वाई ਬੈਰੀਅਰ ਜਿਹੜੀ ਰੁਕਾਵਟ ਹੈ ਉਹਦਾ ਵੀ ਕੀ ਨਾਮ ਹੈ, दैट इज ਕੂਲਮ ਬੈਰੀਅਰ। ਸੋ ਮੈਂ ਐਕਸਪਲੇਨ ਇੱਕ ਵਾਰ ਦੁਬਾਰਾ ਰਿਪੀਟ ਕਰਾਂ, ਬੈਰੀਅਰ ਕਿਉਂ ਕ੍ਰੀਏਟ ਹੋ ਰਿਹਾ ਹੈ, ਬਿਕੋਜ਼ ਦੋਨੋਂ ਪੋਜ਼ਿਟਿਵਲੀ ਚਾਰਜ ਪਾਰਟੀਕਲਸ ਹਨ। ਸੋ ਫਿਊਜ਼ ਹੋਣ ਦੇ ਲਈ ਜਿਵੇਂ ਹੀ ਉਹ ਨੇੜੇ ਆਉਂਦੇ ਹਨ, ਬਿਕੋਜ਼ ਉਹ ਦੋਨੋਂ ਪੋਜ਼ਿਟਿਵ ਹਨ, ਉਹਨਾਂ ਦੇ ਵਿਚਕਾਰ ਕੀ ਹੈ, ਉੱਥੇ ਰਿਪਲਸ਼ਨ ਹੁੰਦੀ ਹੈ। ਸੋ ਇੱਕ ਬੈਰੀਅਰ ਕ੍ਰੀਏਟ ਹੋ ਜਾਂਦਾ ਹੈ, ਉਹ ਆਪਸ ਦੇ ਵਿੱਚ ਕੀ ਹਨ, ਫਿਊਜ਼ ਨਹੀਂ ਹੋ ਪਾਉਂਦੇ। ਸੋ ਕੁਝ ਇੱਕ ਡਿਸਟੈਂਸ ਤੋਂ ਬਾਅਦ ਜਾ ਕੇ ਜਿਹੜੀਆਂ ਉਹਨਾਂ ਦੀਆਂ ਫੋਰਸਿਸ ਹਨ, ਰਿਪਲਸਿਵ ਫੋਰਸਿਸ ਹਨ, ਉਹ ਅਟਰੈਕਟਿਵ ਫੋਰਸ 'ਚ ਬਦਲਦੀਆਂ ਹਨ, ਬਟ ਉਸ ਡਿਸਟੈਂਸ ਤੱਕ, ਉਸ ਰੇਂਜ ਤੱਕ ਉਹ ਨਹੀਂ ਜਾ ਪਾਉਂਦੇ ਡਿਊ ਟੂ ਦ ਕੂਲਮ ਬੈਰੀਅਰ। ਸੋ ਹੁਣ ਕੂਲਮ ਬੈਰੀਅਰ ਨੂੰ ਕਵਰ ਕਰਨ ਦੇ ਲਈ ਕੀ ਹੈ, ਕੋਈ ਕੰਡੀਸ਼ਨ ਹੋਣੀ ਚਾਹੀਦੀ ਹੈ। ਆਲਸੋ ਜਿਹੜਾ ਕੂਲਮ ਬੈਰੀਅਰ ਹੈ ਡਿਪੈਂਡ ਕਰਦਾ ਹੈ ਕਿ ਚਾਰजेस ਕਿੰਨੇ ਹਨ, ਮਤਲਬ ਹਾਊ ਮਚ ਅਮਾਊਂਟ ਆਫ ਚਾਰਜ ਉਸ ਨਿਊਕਲੀਆਈ ਦੇ ਉੱਪਰ ਹੈ। ਇੱਕ ਤਾਂ ਚਾਰਜ ਤੇ ਡਿਪੈਂਡ ਕਰਦਾ ਹੈ, ਇਟ ਡਿਪੈਂਡਸ ਅਪਨ ਦ ਚਾਰजेस। ਸੈਕੰਡਲੀ ਡਿਪੈਂਡ ਕਰਦਾ ਹੈ ਕਿ ਜਿਹੜੇ ਨਿਊਕਲੀਆਈ ਆਪਸ 'ਚ ਕੰਬਾਈਨ ਕਰ ਰਹੇ ਹਨ, ਉਹਨਾਂ ਦਾ ਰੇਡੀਅਸ ਕਿੰਨਾ ਹੈ। ਸੋ ਇਹ ਦੋ ਚੀਜ਼ਾਂ ਤੇ ਕੀ ਹੈ, ਕੂਲਮ ਬੈਰੀਅਰ ਡਿਪੈਂਡ ਕਰਦਾ ਹੈ। ਸੋ ਉਹ ਦੋਨੋਂ ਜ਼ਿਆਦਾ ਹੋਣਗੇ, ਦੈਨ ਉਹਦੇ ਨਾਲ ਕੂਲਮ ਬੈਰੀਅਰ ਜ਼ਿਆਦਾ ਹੋਏਗਾ, ਮੀਨਸ ਉਹਨਾਂ ਦੇ ਚੇਂਜ ਹੋਣ ਦੇ ਨਾਲ ਕੀ ਹੈ, ਕੂਲਮ ਬੈਰੀਅਰ ਦੀ ਵੈਲਿਊ ਵੀ ਚੇਂਜ ਹੋਏਗੀ। ਸੋ ਕੂਲਮ ਬੈਰੀਅਰ ਨੂੰ ਹੁਣ ਓਵਰਕਮ ਕਰਨ ਦੇ ਲਈ ਕੀ ਹੋਣਾ ਚਾਹੀਦਾ ਹੈ, ਦੇयर ਮਸਟ ਬੀ ਸਮ ਕੰਡੀਸ਼ਨ। ਕੀ ਕੰਡੀਸ਼ਨ ਹੈ ਕਿ ਆਪਾਂ ਜਿਹੜਾ ਸਪੈਸੀਮਨ ਹੈ ਉਹਦਾ ਟੈਂਪਰੇਚਰ ਕੀ ਹੈ, ਬਹੁਤ ਜ਼ਿਆਦਾ ਹਾਈ ਕਰ ਦਈਏ, ਰਾਈਜ਼ ਕਰ ਦਈਏ। ਸੋ ਟੈਂਪਰੇਚਰ ਰਾਈਜ਼ ਕਰਨ ਦੇ ਨਾਲ ਕੀ ਹੋਏਗਾ ਕਿ ਜਿਹੜੇ ਨਿਊਕਲੀਆਈ ਹੋਣਗੇ ਡਿਊ ਟੂ ਥਰਮਲ ਮੋਸ਼ਨ, ਬਿਕੋਜ਼ ਜਿਵੇਂ ਵੀ ਆਪਾਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਕਿਸੇ ਸਪੈਸੀਮਨ ਦਾ, ਦੈਨ ਕਾਈਨੈਟਿਕ એનર્ਜੀ ਕੀ ਹੈ, ਇਨਕਰੀਜ਼ ਹੋ ਜਾਂਦੀ ਹੈ। ਕਾਈਨੈਟਿਕ એનર્ਜੀ ਮੀਨਸ ਉਹ ਕੀ ਹਨ, ਜ਼ਿਆਦਾ ਮੋਸ਼ਨ ਦੇ ਵਿੱਚ ਆ ਜਾਣਗੇ। ਸੋ ਡਿਊ ਟੂ दैट ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਥਰਮਲ ਮੋਸ਼ਨ ਕੀ ਹੈ, ਉਹਨਾਂ ਦੇ ਵਿੱਚ ਸ਼ੁਰੂ ਹੋ ਜਾਏਗਾ। ਸੋ ਉਹਦੇ ਨਾਲ ਕੀ ਹੈ, ਜਿਹੜਾ ਕੂਲਮ ਬੈਰੀਅਰ ਹੈ, ਬਿਕੋਜ਼ ਉਹ ਆਪਸ ਦੇ ਵਿੱਚ ਟਕਰਾਉਣਗੇ ਜ਼ਿਆਦਾ, ਆਫਟਰ ਸੋ ਮੈਨੀ ਕੋਲਿਜਨਸ ਜਿਹੜਾ ਕੂਲਮ ਬੈਰੀਅਰ ਹੈ ਉਹ ਓਵਰਕਮ ਹੋ ਜਾਏਗਾ। ਸੋ ਆਪਾਂ ਕੀ ਕੰਡੀਸ਼ਨ ਲਾਈ ਇੱਥੇ ਕਿ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਨੂੰ ਕਰਾਉਣ ਦੇ ਲਈ ਟੈਂਪਰੇਚਰ ਮਸਟ ਬੀ ਵੈਰੀ ਵੈਰੀ ਹਾਈ।
ਸੋ ਦੈਟ ਉਹਦੇ ਨਾਲ ਕੀ ਹੈ ਉਹਨਾਂ ਦੇ ਵਿੱਚ ਥਰਮਲ ਮੋਸ਼ਨ ਕੀ ਹੈ ਸਟਾਰਟਅਪ ਹੋ ਜਾਵੇ। ਸੋ ਉਹਦੇ ਨਾਲ ਕੀ ਹੈ ਉਹਨਾਂ ਵਿਚਕਾਰ ਕੋਲਿਜਨਸ ਹੋਣਗੀਆਂ ਐਂਡ ਡਿਊ ਟੂ ਵੈਰੀ ਹਾਈ ਟੈਂਪਰੇਚਰ ਜਿਹੜੀ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਹੈ ਉਹ ਆਪਣੀ ਪੋਸੀਬਲ ਹੋਏਗੀ। ਸੋ ਫॉर दैट ਰੀਜ਼ਨ ਬਿਕੋਜ਼ ਆਪਾਂ ਟੈਂਪਰੇਚਰ ਯੂਜ਼ ਕਰ ਰਹੇ ਹਾਂ ਫॉर ਕੈਰਿੰਗ ਆਊਟ ਦ ਨਿਊਕਲੀਅਰ ਫਿਊਜ਼ਨ ਰਿਐਕਸ਼ਨ, ਆਪਾਂ ਇਹਨੂੰ ਜਨਰਲੀ ਥਰਮੋ ਨਿਊਕਲੀਅਰ ਫਿਊਜ਼ਨ ਰਿਐਕਸ਼ਨਸ ਵੀ ਬੋਲ ਦਿੰਦੇ ਹਾਂ। ਥਰਮੋ ਨਿਊਕਲੀਅਰ, ਹੁਣ ਥਰਮੋ ਨਿਊਕਲੀਅਰ ਵਰਡ ਕਿੱਥੋਂ ਆਇਆ? ਥਰਮੋ ਫॉर ਟੈਂਪਰੇਚਰ, ਨਿਊਕਲੀਅਰ ਆਪਾਂ ਨੂੰ ਪਤਾ ਹੈ ਬਿਕੋਜ਼ ਆਪਾਂ ਨਿਊਕਲੀਅਸ ਦੀ ਹੀ ਗੱਲ ਕਰ ਰਹੇ ਹਾਂ। ਸੋ ਫਿਊਜ਼ਨ ਰਿਐਕਸ਼ਨਸ ਨੂੰ ਆਪਾਂ ਕੀ ਹੈ ਥਰਮੋ ਨਿਊਕਲੀਅਰ ਫਿਊਜ਼ਨ ਰਿਐਕਸ਼ਨਸ ਇਹ ਵੀ ਬੋਲ ਦਿੱਤਾ ਜਾਂਦਾ ਹੈ। ਆਲਸੋ ਹੁਣ ਟੈਂਪਰੇਚਰ ਤੇ ਪ੍ਰੈਸ਼ਰ ਦੀਆਂ ਜਿਹੜੀਆਂ ਕੰਡੀਸ਼ਨਸ ਹਨ ਉਹ ਕੀ ਹੋਣੀਆਂ ਚਾਹੀਦੀਆਂ ਹਨ? ਬਹੁਤ ਜ਼ਿਆਦਾ, ਮਤਲਬ ਟੈਂਪਰੇਚਰ ਪ੍ਰੈਸ਼ਰ ਦੀਆਂ ਆਪਣੇ ਕੋਲ ਕੀ ਹਨ ਹਾਈ ਕੰਡੀਸ਼ਨਸ ਚਾਹੀਦੀਆਂ ਹਨ, ਮੀਨਸ ਟੈਂਪਰੇਚਰ ਜ਼ਿਆਦਾ ਚਾਹੀਦਾ ਹੈ। ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਵੀ ਹੈ ਕਿ ਜਿਹੜੀ ਉਹਨਾਂ ਦੀ ਡੈਂਸਿਟੀ ਹੈ, ਡੈਂਸਿਟੀ ਆਫ ਨਿਊਕਲੀਆਈਡਸ ਉਹ ਵੀ ਜ਼ਿਆਦਾ ਹੋਣੀ ਚਾਹੀਦੀ ਹੈ। ਡੈਂਸਿਟੀ ਮੀਨਸ ਪਰ ਯੂਨਿਟ ਵੋਲਿਊਮਸ ਜ਼ਿਆਦਾ ਤੋਂ ਜ਼ਿਆਦਾ ਆਪਣੇ ਕੋਲ ਨਿਊਕਲੀਆਈ ਪਏ ਹੋਣਗੇ। ਦੈਨ ਉਹਨਾਂ ਦੀ ਜਿਹੜੀਆਂ ਕੋਲਿਜਨਸ ਹਨ, ਜਿਵੇਂ ਹੀ ਆਪਾਂ ਟੈਂਪਰੇਚਰ ਰਾਈਜ਼ ਕੀਤਾ ਉਹਨਾਂ ਦੇ ਵਿੱਚ ਥਰਮਲ ਮੋਸ਼ਨ ਸਟਾਰਟਅਪ ਹੋ ਗਿਆ। ਥਰਮਲ ਮੋਸ਼ਨ ਦੇ ਕਾਰਨ ਉਹ ਕੀ ਹਨ ਮੂਵ ਕਰਨਗੇ, ਉਹਨਾਂ 'ਚ ਕੋਲਿਜਨਸ ਜ਼ਿਆਦਾ ਹੋਣਗੀਆਂ। ਜ਼ਿਆਦਾ ਉਦੋਂ ਵੀ ਹੋਣਗੀਆਂ ਜਦੋਂ ਉਹਨਾਂ ਦੀ ਡੈਂਸਿਟੀ ਜ਼ਿਆਦਾ ਹੋਏਗੀ। ਸੋ ਇੱਕ ਕੰਡੀਸ਼ਨ ਕੀ ਹੈ ਟੈਂਪਰੇਚਰ ਜ਼ਿਆਦਾ, ਹੋਰ ਕੰਡੀਸ਼ਨ ਕੀ ਹੈ ਕਿ ਡੈਂਸਿਟੀ ਵੀ ਜ਼ਿਆਦਾ ਹੋਣੀ ਚਾਹੀਦੀ ਹੈ। ਸੋ ਉਹਦੇ ਨਾਲ ਕੀ ਹੈ ਆਪਣੀ ਜਿਹੜੀ ਫਿਊਜ਼ਨ ਰਿਐਕਸ਼ਨਸ ਨੇ ਉਹ ਈਜ਼ੀਲੀ ਪੋਸੀਬਲ ਨੇ। ਸੋ ਹੁਣ ਇੱਦਾਂ ਦੀਆਂ ਜਿਹੜੀਆਂ ਐਕਸਟ੍ਰੀਮ ਕੰਡੀਸ਼ਨਸ ਨੇ, ਐਕਸਟ੍ਰੀਮ ਕੰਡੀਸ਼ਨਸ ਆਫ ਟੈਂਪਰੇਚਰ, ਪ੍ਰੈਸ਼ਰ ਤੇ ਵੈਰੀ ਹਾਈ ਡੈਂਸਿਟੀ, ਇਹ ਸਾਰੀਆਂ ਕਿੱਥੇ ਪੋਸੀਬਲ ਹਨ? ਥੀਸ ਆਰ ਪੋਸੀਬਲ ਇਨਸਾਈਡ ਦ ਸਟਾਰਸ। ਜੋ ਗੈਲੈਕਸੀ ਦੇ ਵਿੱਚ ਜੋ ਸਟਾਰਸ ਪ੍ਰੈਜ਼ੈਂਟ ਹਨ ਉਹਨਾਂ ਦੇ ਵਿਚਕਾਰ, ਉਹਨਾਂ ਦੇ ਵਿੱਚ ਇੰਨੀਆਂ ਐਕਸਟ੍ਰੀਮ ਕੰਡੀਸ਼ਨਸ ਕੀ ਹਨ ਉੱਥੇ ਪਾਈਆਂ ਜਾਂਦੀਆਂ ਹਨ। ਸੋ ਡਿਊ ਟੂ ਦੈਟ ਉੱਥੇ ਨਿਊਕਲੀਅਰ ਫਿਊਜ਼ਨ ਰਿਐਕਸ਼ਨਸ ਆਰ ਪੋਸੀਬਲ। ਸੋ ਉੱਥੇ ਫਿਊਜ਼ਨ ਰਿਐਕਸ਼ਨ ਹੁੰਦੀ ਹੈ। ਇੱਕ ਸਟਾਰ ਦੇ ਅੰਦਰ ਜਿਹੜੀ એનર્ਜੀ ਜਨਰੇਟ ਹੋ ਰਹੀ ਹੈ, ਕਿਉਂ ਹੋ ਰਹੀ ਹੈ? ਦੈਟ ਇਜ਼ ਡਿਊ ਟੂ ਦ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਟੇਕਿੰਗ ਪਲੇਸ ਇਨਸਾਈਡ ਦ ਸਟਾਰ। ਮਤਲਬ ਸਟਾਰ ਦੇ ਵਿੱਚ ਕੀ ਹੈ ਨਿਊਕਲੀਅਰ ਫਿਊਜ਼ਨ ਰਿਐਕਸ਼ਨਸ ਚੱਲ ਰਹੀਆਂ ਹਨ, ਉਹਨਾਂ ਕਰਕੇ ਕੀ ਹੈ ਹਾਈ ਅਮਾਊਂਟ ਆਫ એનર્ਜੀ ਉੱਥੇ ਕ੍ਰੀਏਟ ਹੋ ਰਹੀ ਹੈ। ਸੋ ਹੁਣ ਜਿਹੜੀਆਂ ਇਹ ਐਕਸਟ੍ਰੀਮ ਕੰਡੀਸ਼ਨਸ ਨੇ ਟੈਂਪਰੇਚਰ ਪ੍ਰੈਸ਼ਰ ਦੀਆਂ, ਇਹ ਲੈਬੋਰੇਟਰੀ ਦੇ ਵਿੱਚ ਕੀ ਹਨ ਇਹਨਾਂ ਨੂੰ ਆਪਾਂ ਫੋਲੋ ਨਹੀਂ ਕਰ ਸਕਦੇ ਜਾਂ ਇਹ ਕੰਡੀਸ਼ਨਸ ਆਪਾਂ ਨਹੀਂ ਬਣਾ ਸਕਦੇ ਲੈਬੋਰੇਟਰੀ ਦੇ ਵਿੱਚ। ਸੋ ਫਿਊਜ਼ਨ ਰਿਐਕਸ਼ਨਸ ਕਿੱਥੇ ਹੋ ਸਕਦੀਆਂ ਹਨ ਜਾਂ ਕਿੱਥੇ ਪਾਈਆਂ ਜਾ ਸਕਦੀਆਂ ਹਨ? ਓਨਲੀ ਇਨ ਦ ਸਟਾਰਸ। ਸੋ ਇਹ ਆਪਣੀ ਡਿਸਕਸ਼ਨ ਸੀ ਥੋੜੀ ਜਿਹੀ ਅਬਾਊਟ ਦ ਨਿਊਕਲੀਅਰ ਫਿਊਜ਼ਨ ਰਿਐਕਸ਼ਨਸ। ਸੋ ਆਪਾਂ ਹੁਣ ਅਗਰ ਦੋਨਾਂ ਨੂੰ ਕੰਪੇਅਰ ਕਰਨਾ ਹੋਵੇ ਉਹ ਵੀ ਕਰ ਲੈਂਦੇ ਹਾਂ ਤਾਂ ਕਿ ਕੋਈ ਕਨਫਿਊਜ਼ਨ ਨਾ ਰਹੇ ਕਿ ਨਿਊਕਲੀਅਰ ਫਿਜ਼ਨ ਤੇ ਨਿਊਕਲੀਅਰ ਫਿਊਜ਼ਨ ਇਹਨਾਂ 'ਚ ਕੀ ਡਿਫਰੈਂਸ ਹੈ, ਕਿੱਦਾਂ ਰਿਲੇਟਡ ਹਨ ਆਪਸ ਦੇ ਵਿੱਚ। ਸੋ ਫਰਸਟਲੀ ਆਪਾਂ ਦੇਖੀਏ ਕਿ ਫਿਜ਼ਨ ਤੇ ਫਿਊਜ਼ਨ ਦੋਨਾਂ ਦੇ ਵਿੱਚ ਹੀ ਕੀ ਹੈ ਵੈਰੀ ਹਾਈ ਅਮਾਊਂਟ ਆਫ એનર્ਜੀ ਕੀ ਹੈ ਰਿਲੀਜ਼ ਹੋ ਰਹੀ ਹੈ। ਫਿਜ਼ਨ ਤੇ ਫਿਊਜ਼ਨ ਦੋਨਾਂ ਦੇ ਵਿੱਚ ਹੀ ਕੀ ਹੈ ਵੈਰੀ ਹਾਈ ਅਮਾਊਂਟ ਆਫ એનર્ਜੀ ਰਿਲੀਜ਼ ਹੁੰਦੀ ਹੈ। ਸੋ ਆਪਾਂ ਬੋਲ ਸਕਦੇ ਹਾਂ ਕਿ ਬੋਥ ਆਰ ਸੋਰਸਿਸ ਆਫ ਹਾਈ ਅਮਾਊਂਟ ਆਫ એનર્ਜੀ, ਮਤਲਬ ਦੋਨੋਂ ਤੋਂ ਕੀ ਹੈ ਆਪਾਂ ਨੂੰ ਬਹੁਤ ਜ਼ਿਆਦਾ એનર્ਜੀ ਰਿਸੀਵ ਹੁੰਦੀ ਹੈ ਜਾਂ ਮਿਲਦੀ ਹੈ। ਦੈਨ ਸੈਕੰਡਲੀ ਆਪਾਂ ਗੱਲ ਕਰੀਏ ਕਿ ਦੋਨਾਂ ਦੇ ਵਿੱਚ ਹੀ ਫਿਜ਼ਨ ਔਰ ਫਿਊਜ਼ਨ ਦੇ ਵਿੱਚ ਕੀ ਹੈ there is some amount of mass ਜਿਹੜਾ disappear ਹੋ ਰਿਹਾ ਹੈ। so there is mass getting disappeared, ਉਹ mass ਕੀ ਹੈ ਆਪਾਂ ਨੂੰ ਮਿਲਦਾ ਹੈ in the form of energy। so ਉਸ energy ਨੂੰ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ? by this expression ਜੋ ਮੈਂ ਲਿਖਿਆ ਹੈ E is equal to delta mc square। so ਇਹ ਵੀ ਕੀ ਹੈ ਦੋਨਾਂ ਦੇ ਵਿੱਚ ਹੀ possible ਹੈ। ਹੁਣ whereas nuclear fission ਕੀ ਹੈ? nuclear fission is the splitting of heavy nucleus, ਮਤਲਬ ਜਿਹੜਾ ਇੱਕ heavy nucleus ਹੈ ਉਹ ਟੁੱਟ ਰਿਹਾ ਹੈ ਦੋ ਜਾਂ ਦੋ ਤੋਂ ਜ਼ਿਆਦਾ ਪਾਰਟਸ ਦੇ ਵਿੱਚ। ਕਿਹੜੇ ਪਾਰਟਸ? ਨਿਊਕਲੀਆਈ ਹੋਣਗੇ ਬਟ ਹਲਕੇ ਨਿਊਕਲੀਆਈ ਹੋਣਗੇ। ਸੋ ਆਪਾਂ ਇਹਨੂੰ ਡਿਫਾਈਨ ਕਰਦੇ ਹਾਂ ਇਟ ਇਜ਼ ਦ ਸਪਲਿਟਿੰਗ ਆਫ ਅ ਹੈਵੀ ਨਿਊਕਲੀਅਸ ਇਨਟੂ ਟੂ ਔਰ ਮੋਰ ਲਾਈਟਰ ਨਿਊਕਲੀਆਈ। ਜਦਕਿ ਫਿਊਜ਼ਨ ਨੂੰ ਕਿੱਦਾਂ ਆਪਾਂ ਡਿਫਾਈਨ ਕਰਦੇ ਹਾਂ? ਦੈਟ ਇਜ਼ ਇਟ ਇਜ਼ ਦ ਫਿਊਜ਼ਨ ਆਫ, ਜਿਵੇਂ ਕਿ ਮੈਂ ਲਿਖਿਆ ਹੀ ਹੈ, ਇਟ ਇਜ਼ ਦ ਫਿਊਜ਼ਨ ਆਫ ਟੂ ਔਰ ਮੋਰ ਲਾਈਟਰ ਨਿਊਕਲੀਆਈ ਟੂ ਫਾਰਮ ਅ ਹੈਵੀ ਨਿਊਕਲੀਅਸ। ਸੋ ਇੱਦਾਂ ਆਪਾਂ ਇਹਨਾਂ ਨੂੰ ਡਿਫਾਈਨ ਕਰਦੇ ਹਾਂ। ਨੈਕਸਟ ਹੁਣ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਹੈ ਨਿਊਕਲੀਅਰ ਫਿਜ਼ਨ ਰਿਐਕਸ਼ਨਸ ਦੇ ਵਿੱਚ ਉਹਨਾਂ ਨੂੰ ਪ੍ਰੋਸੀਡ ਕਰਾਉਣ ਦੇ ਲਈ, ਉਹਨਾਂ ਨੂੰ ਸ਼ੁਰੂ ਕਰਾਉਣ ਦੇ ਲਈ ਆਪਾਂ ਨੂੰ ਕੀ ਹੈ ਇੱਕ ਪ੍ਰੋਜੈਕਟਾਈਲ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਮੈਂ ਉਦੋਂ ਯੂਰੇਨੀਅਮ ਵਾਲੀ ਐਗਜ਼ਾਮਪਲ ਲਿਖੀ ਸੀ ਪਿਛਲੇ ਲੈਕਚਰ ਦੇ ਵਿੱਚ। ਸੋ ਆਪਾਂ ਨੂੰ ਬੇਰੀਅਮ, ਕ੍ਰਿਪਟਨ ਉਹ ਰਿਸੀਵ ਹੋਏ ਸੀ ਔਰ 3 ਨਿਊਟਰੋਨਸ ਜਿਨ੍ਹਾਂ ਨੂੰ ਆਪਾਂ ਸੈਕੰਡਰੀ ਨਿਊਟਰੋਨਸ ਬੋਲਦੇ ਹਾਂ ਪਲੱਸ 200 ਮੈਗਾ ਇਲੈਕਟ੍ਰੋਨ ਵੋਲਟ એનર્ਜੀ ਇਹ ਰਿਸੀਵ ਹੋਈ ਸੀ। ਬਟ ਇਹ ਸ਼ੁਰੂ ਕਿੱਦਾਂ ਹੋਈ ਸੀ ਰਿਐਕਸ਼ਨ? ਜਦੋਂ ਆਪਾਂ ਯੂਰੇਨੀਅਮ ਦੇ ਨਿਊਕਲੀਅਸ ਨੂੰ ਕੋਲਾਈਡ ਕਰਵਾਇਆ ਸੀ ਵਿਦ 1 ਨਿਊਟਰੋਨ, ਜਿਹਨੂੰ ਕਿ ਆਪਾਂ ਥਰਮਲ ਨਿਊਟਰੋਨ ਬੋਲਦੇ ਹਾਂ। ਸੋ ਆਪਾਂ ਜਨਰਲੀ ਕੀ ਕਹਿ ਸਕਦੇ ਹਾਂ ਕਿ ਨਿਊਕਲੀਅਰ ਫਿਜ਼ਨ ਰਿਐਕਸ਼ਨ ਨੂੰ ਸਟਾਰਟਅਪ ਕਰਨ ਦੇ ਲਈ ਆਪਾਂ ਨੂੰ ਇੱਕ ਪ੍ਰੋਜੈਕਟਾਈਲ ਦੀ ਜ਼ਰੂਰਤ ਹੁੰਦੀ ਹੈ, ਜਿਹੜਾ ਕਿ ਜਨਰਲੀ ਆਮ ਤੌਰ ਤੇ ਆਪਾਂ ਕੋਈ ਥਰਮਲ ਨਿਊਟਰੋਨ ਯੂਜ਼ ਕਰਦੇ ਹਾਂ। ਬਟ ਫਿਊਜ਼ਨ ਦੇ ਕੇਸ ਦੇ ਵਿੱਚ ਕੀ ਹੈ? ਫਿਊਜ਼ਨ ਦੇ ਕੇਸ ਦੇ ਵਿੱਚ ਆਪਾਂ ਨੂੰ ਐਕਸਟ੍ਰੀਮ ਕੰਡੀਸ਼ਨਸ ਚਾਹੀਦੀਆਂ ਹਨ ਟੈਂਪਰੇਚਰ ਦੀਆਂ। ਸੋ ਕਿੱਦਾਂ ਦੀ ਕੰਡੀਸ਼ਨ ਚਾਹੀਦੀ ਹੈ ਆਪਾਂ ਨੂੰ? ਵੈਰੀ ਹਾਈ ਅਮਾਊਂਟ ਆਫ એનર્ਜੀ ਚਾਹੀਦੀ ਹੈ, ਜੋ ਕਿ ਕਿੱਦਾਂ ਰਿਸੀਵ ਹੁੰਦੀ ਹੈ? ਜਦੋਂ ਆਪਾਂ ਮਟੀਰੀਅਲ ਨੂੰ ਹੀਟ ਅਪ ਕਰੀਏ, ਮੀਨਸ ਉਦੋਂ ਉਹਦਾ ਜਿਹੜਾ ਟੈਂਪਰੇਚਰ ਹੈ ਉਹਨੂੰ ਰਾਈਜ਼ ਕਰੀਏ।
कित्थे तक राइज करिए, सो इहदी वैल्यू हुंदी है अबाउट किन्नी क रेंज तक 10⁻7 केल्विन, मतलब इन्नी रेंज तक आप अगर ਉਹਦਾ ਟੈਂਪਰੇਚਰ ਰਾਈਜ਼ ਕਰਾਂਗੇ ਓਨਲੀ ਦੈਨ ਜਿਹੜੀ ਨਿਊਕਲੀਅਰ ਫਿਊਜ਼ਨ ਰਿਐਕਸ਼ਨ ਹੈ ਉਹ ਪੋਸੀਬਲ ਹੈ। ਔਰ ਨਾਲ ਹੀ ਮੈਂ ਆ ਵੀ ਦੱਸਿਆ ਕਿ ਇੰਨੀ ਐਕਸਟ੍ਰੀਮ ਕੰਡੀਸ਼ਨਸ ਕਿੱਥੇ ਪੋਸੀਬਲ ਹੁੰਦੀਆਂ ਹਨ, ਜਸਟ ਇਨਸਾਈਡ ਦ ਸਟਾਰਸ। ਇਹ ਲੈਬੋਰੇਟਰੀ ਦੇ ਵਿੱਚ ਮਤਲਬ ਫਿਊਜ਼ਨ ਰਿਐਕਸ਼ਨ ਨੂੰ ਕਰਵਾਉਣਾ ਕੀ ਹੈ, ਦੈਟ ਇਜ਼ ਇੰਪੋਸੀਬਲ, ਉਹ ਆਪਾਂ ਨਹੀਂ ਕਰਵਾ ਸਕਦੇ। ਸੋ ਇਹ ਸੀ ਆਪਣਾ ਫਿਊਜ਼ਨ ਐਂਡ ਫਿਊਜ਼ਨ ਦਾ ਮੀਨਸ ਕੰਪੈਰੀਜ਼ਨ ਹੋ ਗਿਆ ਕਿ ਉਹਦੇ ਵਿੱਚ ਆਪਾਂ ਨੂੰ ਪ੍ਰੋਜੈਕਟਾਈਲ ਦੀ ਜ਼ਰੂਰਤ ਹੁੰਦੀ ਹੈ, ਵੇਅਰ ਐਜ਼ ਇਹਦੇ ਵਿੱਚ ਐਕਸਟ੍ਰੀਮ ਕੰਡੀਸ਼ਨਸ ਆਫ ਟੈਂਪਰੇਚਰ। ਔਰ ਇਹ ਐਕਸਟ੍ਰੀਮ ਕੰਡੀਸ਼ਨ ਜਨਰਲੀ ਇੱਕ ਨਿਊਕਲੀਅਰ ਫਿਜ਼ਨ ਰਿਐਕਸ਼ਨ ਤੋਂ ਬਾਅਦ ਅਵੇਲੇਬਲ ਹੁੰਦੀ ਹੈ। ਮਤਲਬ ਇੱਕ ਨਿਊਕਲੀਅਰ ਫਿਜ਼ਨ ਰਿਐਕਸ਼ਨ ਹੋਈ, ਹਾਈ ਅਮਾਊਂਟ ਆਫ એનર્ਜੀ ਰਿਲੀਜ਼ ਹੋਈ, ਦੈਨ ਟੈਂਪਰੇਚਰ ਕੀ ਹੈ ਆਪਾਂ ਇੰਨਾ ਰਾਈਜ਼ ਕਰ ਸਕਦੇ ਹਾਂ। ਸੋ ਇਹ ਸਟੇਟਮੈਂਟ ਵੀ ਕਈ ਵਾਰ ਦਿੱਤੀ ਜਾਂਦੀ ਹੈ ਜਾਂ ਫਿਰ ਐਗਜ਼ਾਮ 'ਚ ਇਹ ਸਟੇਟਮੈਂਟ ਵੀ ਪੁੱਛ ਸਕਦੇ ਨੇ ਕਿ ਵਾਈ ਨਿਊਕਲੀਅਰ ਫਿਜ਼ਨ ਦੈਟ ਆਲਵੇਜ਼ ਪ੍ਰੈਸੀਡਸ ਨਿਊਕਲੀਅਰ ਫਿਊਜ਼ਨ। ਪ੍ਰੈਸੀਡਸ ਮਤਲਬ ਕਿ ਨਿਊਕਲੀਅਰ ਫਿਊਜ਼ਨ ਦੇ ਹੋਣ ਤੋਂ ਪਹਿਲਾਂ ਹਮੇਸ਼ਾ ਨਿਊਕਲੀਅਰ ਫਿਜ਼ਨ ਹੋਈ ਹੋਏਗੀ, ਬਿਕੋਜ਼ ਜਦ ਫਿਜ਼ਨ ਹੋਈ ਹੈ ਉਦੋਂ ਹੀ ਹਾਈ ਅਮਾਊਂਟ ਆਫ એનર્ਜੀ ਰਿਲੀਜ਼ ਹੋਈ ਹੈ। ਦੈਨ ਇਹ ਵਾਲੀ ਜਿਹੜੀ ਕੰਡੀਸ਼ਨ ਹੈ ਇਹ ਕੀ ਹੈ ਆਪਾਂ ਫੋਲੋ ਮਤਲਬ ਆਪਾਂ ਪੂਰੀ ਕਰ ਸਕਦੇ ਹਾਂ। ਸੋ ਦੈਟ ਇਜ਼ ਵਾਈ ਸਟੇਟਮੈਂਟ ਦਿੱਤੀ ਜਾਂਦੀ ਹੈ ਕਿ ਨਿਊਕਲੀਅਰ ਫਿਜ਼ਨ ਪ੍ਰੈਸੀਡਸ ਨਿਊਕਲੀਅਰ ਫਿਊਜ਼ਨ, ਮਤਲਬ ਉਹ ਪਹਿਲਾਂ ਹੁੰਦੀ ਹੈ ਨਿਊਕਲੀਅਰ ਫਿਊਜ਼ਨ ਤੋਂ, ਓਨਲੀ ਦੈਨ ਫਿਊਜ਼ਨ ਇਜ਼ ਪੋਸੀਬਲ। ਦੈਨ ਨਿਊਕਲੀਅਰ ਫਿਜ਼ਨ ਤੇ ਫਿਊਜ਼ਨ ਦੇ ਵਿੱਚੋਂ ਜ਼ਿਆਦਾ ਮੀਨਸ ਜ਼ਿਆਦਾ ਅਮਾਊਂਟ ਆਫ એનર્ਜੀ ਕਿਹਦੇ 'ਚ ਲਿਬਰੇਟ ਹੁੰਦੀ ਹੈ। ਆਪਾਂ ਹੁਣ ਫਿਊਜ਼ਨ ਦੀ ਜਦ ਗੱਲ ਕਰਾਂਗੇ ਫਿਊਜ਼ਨ, ਸੋ ਇਨ ਦਿਸ ਕੇਸ ਜਿਹੜਾ ਨਿਊਕਲੀਅਰ ਹੈ ਉਹਦੇ ਯੂਨਿਟ ਮਾਸ ਦੀ ਗੱਲ ਕਰੀਏ, ਇੱਕ ਯੂਨਿਟ ਮਾਸ ਤੋਂ ਜਿੰਨੀ એનર્ਜੀ ਲਿਬਰੇਟ ਹੋ ਰਹੀ ਹੈ ਉਹ ਕੀ ਹੈ ਬਹੁਤ ਬਹੁਤ ਜ਼ਿਆਦਾ ਹਾਈ ਹੈ ਐਜ਼ ਕੰਪੇਅਰ ਟੂ ਦ એનર્ਜੀ ਲਿਬਰੇਟਡ ਇਨ ਕੇਸ ਆਫ ਫਿਜ਼ਨ। ਮਤਲਬ ਦੋਨਾਂ ਦੇ ਵਿੱਚ ਅਗਰ ਆਪਾਂ ਇੱਕ ਯੂਨਿਟ ਮਾਸ ਦੀ ਗੱਲ ਕਰੀਏ, ਸੋ ਯੂਨਿਟ ਮਾਸ ਆਫ ਨਿਊਕਲੀਆਈ ਕਿੰਨੀ એનર્ਜੀ ਪ੍ਰੋਡਿਊਸ ਕਰ ਰਿਹਾ ਹੈ। ਸੋ ਫਿਊਜ਼ਨ 'ਚ ਜਦ ਆਪਾਂ ਚੈੱਕ ਕਰਾਂਗੇ ਉਹ એનર્ਜੀ ਕਿੰਨੀ ਹੋਏਗੀ, ਬਹੁਤ ਬਹੁਤ ਜ਼ਿਆਦਾ ਹਾਈ ਐਜ਼ ਕੰਪੇਅਰ ਟੂ એનર્ਜੀ ਦੈਟ ਇਜ਼ ਇਨ ਕੇਸ ਆਫ ਨਿਊਕਲੀਅਰ ਫਿਜ਼ਨ। ਸੋ ਤਾਂ ਹੀ ਕਿਹਾ ਜਾਂਦਾ ਹੈ ਕਿ ਜਿਹੜੇ ਹਾਈਡਰੋਜਨ ਬੋਮਬਸ ਨੇ ਦੇ ਆਰ ਮਚ ਮੋਰ ਡੇਂਜਰਸ ਦੈਨ ਦ ਐਟੋਮਿਕ ਬੋਮਬਸ, ਐਟਮ ਬੋਮਬਸ। ਸੋ ਹਾਈਡਰੋਜਨ ਬੋਮਬ ਦੇ ਵਿੱਚ ਕੀ ਯੂਜ਼ ਹੁੰਦਾ ਹੈ, ਦੈਟ ਆਰ ਬੇਸਡ ਔਨ ਨਿਊਕਲੀਅਰ ਫਿਊਜ਼ਨਸ। ਸੋ ਹਾਈਡਰੋਜਨ ਬੋਮਬ ਦੇ ਵਿੱਚ ਜਿਹੜੀ એનર્ਜੀ ਹੈ that is much higher, very large as compared to that produced in the atom bomb. So atom bomb की है that is based on nuclear fission process. Hydrogen bomb की है that is based on the nuclear fusion process. So hydrogen bombs they are much more dangerous than the atom bombs. ਲਾਸਟ ਇੱਕ ਹੋਰ ਕੰਪੈਰੀਜ਼ਨ ਉਹ ਕੀ ਹੈ ਕਿ ਨਿਊਕਲੀਅਰ ਫਿਜ਼ਨ ਦੇ ਵਿੱਚ ਜਿਹੜੇ ਆਪਾਂ ਨੂੰ ਪ੍ਰੋਡਕਟ ਪਾਰਟੀਕਲਸ ਮਤਲਬ ਪ੍ਰੋਡਕਟ ਦੇ ਵਿੱਚ ਜਿਹੜੇ ਨਿਊਕਲੀਆਈ ਆਏ ਆਪਣੇ ਕੋਲ ਉਹ ਕੀ ਹੁੰਦੇ ਹਨ, ਦੇ ਆਰ ਰੇਡੀਓ ਐਕਟਿਵ ਇਨ ਨੇਚਰ। ਮਤਲਬ ਜਦੋਂ ਪ੍ਰੋਡਕਟਸ ਬਣ ਗਏ ਆਪਣੇ ਕੋਲ ਉਸ ਤੋਂ ਬਾਅਦ ਕੀ ਹੈ, ਦੇ ਆਰ ਰੇਡੀਓ ਐਕਟਿਵ ਇਨ ਨੇਚਰ। ਸੋ ਉਹ ਕੀ ਹਨ, ਜਨਰਲੀ ਬੀਟਾ ਪਾਰਟੀਕਲਸ। ਸੋ ਉਹ ਇਮਿਟ ਕਰਦੇ ਹਨ ਜਦੋਂ ਤੱਕ ਉਹ ਸਟੇਬਲ ਨਹੀਂ ਹੋ ਜਾਂਦੇ। ਸੋ ਉਹਨਾਂ ਦਾ ਜਿਹੜਾ ਡਿਸਪੋਜ਼ਲ ਹੈ ਉਹ ਕੀ ਹੈ, ਥੋੜਾ ਜਿਹਾ ਡਿਫਿਕਲਟ ਹੋ ਜਾਂਦਾ ਹੈ ਬਿਕੋਜ਼ ਉਹ ਕੀ ਹਨ, ਉਹ এনवायरमेंट ਨੂੰ ਪੋਲਿਊਟ ਕਰਦੇ ਨੇ। ਬਟ ਇਨ ਕੇਸ ਆਫ ਨਿਊਕਲੀਅਰ ਫਿਊਜ਼ਨ ਰਿਐਕਸ਼ਨਸ ਜੋ ਆਪਣੇ ਕੋਲ ਪ੍ਰੋਡਕਟਸ ਆ ਰਹੇ ਹਨ, ਪ੍ਰੋਡਕਟ ਨਿਊਕਲੀਆਈ, ਉਹ ਕੀ ਹਨ, ਦੇ ਆਰ ਨਾਟ ਡੇਂਜਰਸ। ਮਤਲਬ ਉਹਨਾਂ ਦਾ এনवायरमेंट ਨੂੰ ਕੋਈ ਹਾਰਮ ਨਹੀਂ ਹੈ ਔਰ ਆਪਾਂ ਨੂੰ ਉਹਨਾਂ ਨੂੰ ਈਜ਼ੀਲੀ ਡਿਸਪੋਜ਼ ਆਫ ਵੀ ਕਰ ਸਕਦੇ ਹਾਂ। ਸੋ ਇਹ ਸੀ ਥੋੜਾ ਆਪਣਾ ਕੰਪੈਰੀਜ਼ਨ ਬਿਟਵੀਨ ਨਿਊਕਲੀਅਰ ਫਿਜ਼ਨ ਐਂਡ ਨਿਊਕਲੀਅਰ ਫਿਊਜ਼ਨ। ਸੋ ਆਈ ਥਿੰਕ ਇਹਦੇ ਨਾਲ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ ਕਿ ਕੀ ਡਿਫਰੈਂਸ ਹੈ ਦੋਨਾਂ ਦੇ ਵਿੱਚ ਜਾਂ ਕੀ ਕੋਈ ਕਿਹੜੀ ਸਿਮਿਲੈਰਿਟੀ ਹੈ। ਜਸਟ એનર્ਜੀ ਵਾਲੀ ਸਿਮਿਲੈਰਿਟੀ ਹੈ ਕਿ ਦੋਨਾਂ ਦੇ ਵਿੱਚ ਹੀ ਹਾਈ ਅਮਾਊਂਟ ਆਫ એનર્ਜੀ ਕੀ ਹੈ, ਰਿਲੀਜ਼ ਹੋ ਰਹੀ ਹੈ। ਸੋ ਇਸ ਤੋਂ ਬਾਅਦ ਹੁਣ ਆਪਾਂ ਨੈਕਸਟ ਚੱਲਦੇ ਹਾਂ। ਸੋ ਨਿਊਕਲੀਅਰ ਫਿਜ਼ਨ ਔਰ ਫਿਊਜ਼ਨ ਦੇ ਡਿਸਕਸ਼ਨ ਤੋਂ ਬਾਅਦ ਆਪਣਾ ਜਿਹੜਾ ਥਿਅਰੀ ਪਾਰਟ ਹੈ ਆਲਮੋਸਟ ਚੈਪਟਰ ਦਾ ਖਤਮ ਹੋ ਚੁੱਕਾ ਹੈ। ਹੁਣ ਆਪਾਂ ਕੁਝ ਇੱਕ ਨਿਊਮੈਰੀਕਲਸ ਟਰਾਈ ਕਰਦੇ ਹਾਂ। ਸੋ ਫਰਸਟ ਨਿਊਮੈਰੀਕਲ ਜਿਹੜਾ ਮੈਂ ਬੋਰਡ ਤੇ ਲਿਖਿਆ ਹੈ ਦੈਟ ਇਜ਼ ਕੈਲਕੂਲੇਟ ਦ ਬਾਈਂਡਿੰਗ એનર્ਜੀ। ਇਹ ਮੈਂ ਸ਼ਾਰਟ 'ਚ ਲਿਖਿਆ ਹੈ, ਬਾਈਂਡਿੰਗ એનર્ਜੀ ਪਰ ਨਿਊਕਲੀਓਨ of this nucleus। मतलब कैल्शियम ਦਾ ਨਿਊਕਲੀਅਸ ਆਪਾਂ ਨੂੰ ਗਿਵਨ ਹੈ with mass number 40 and atomic number 20 given। ਆਪਾਂ ਨੂੰ ਨਾਲ ਤਿੰਨ ਚੀਜ਼ਾਂ ਗਿਵਨ ਹਨ ਕੁਐਸਚਨ ਦੇ ਵਿੱਚ, that is mass of the nucleus। ਸੋ ਜਿਹੜਾ ਨਿਊਕਲੀਅਸ ਕੁਐਸਚਨਸ ਗਿਵਨ ਹੈ ਉਹਦਾ ਮਾਸ ਗਿਵਨ ਹੈ। mass of small n means neutron, ਇੱਕ ਨਿਊਟਰੋਨ ਦਾ ਮਾਸ ਗਿਵਨ ਹੈ। mp, p ਕੀ ਹੈ, ਪ੍ਰੋਟੋਨ। ਸੋ ਮਾਸ ਆਫ 1 ਪ੍ਰੋਟੋਨ। ਸੋ ਇੱਕ ਨਿਊਟਰੋਨ ਦਾ ਔਰ ਇੱਕ ਪ੍ਰੋਟੋਨ ਦਾ ਮਾਸ ਉਹ ਵੀ ਗਿਵਨ ਹੈ। u means atomic mass units। ਸੋ atomic mass units ਦੀਆਂ ਟਰਮਸ ਦੇ ਵਿੱਚ ਆਪਾਂ ਨੂੰ ਮਾਸਸ ਗਿਵਨ ਹਨ। ਸੋ that is why small u ਯੂਜ਼ ਕੀਤਾ ਗਿਆ ਹੈ। ਹੁਣ ਆਪਾਂ ਕੈਲਕੂਲੇਟ ਕਰਾਂਗੇ ਬਾਈਂਡਿੰਗ એનર્ਜੀ ਪਰ ਨਿਊਕਲੀਓਨ। ਸੋ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਦੇ ਲਈ ਆਪਾਂ ਨੂੰ ਕੀ ਹੈ, ਬਾਈਂਡਿੰਗ એનર્ਜੀ ਕੈਲਕੂਲੇਟ ਕਰਨੀ ਹੈ, ਉਹਨੂੰ ਆਪਾਂ ਫਿਰ ਮਾਸ ਨੰਬਰ ਦੇ ਨਾਲ ਡਿਵਾਈਡ ਕਰਾਂਗੇ। ਬਾਈਂਡਿੰਗ એનર્ਜੀ ਕੈਲਕੂਲੇਟ ਕਰਨ ਦੇ ਲਈ ਆਪਾਂ ਨੂੰ ਕੀ ਚਾਹੀਦਾ ਹੈ, ਮਾਸ ਡਿਫੈਕਟ। ਸੋ ਪਹਿਲਾਂ ਆਪਾਂ ਮਾਸ ਡਿਫੈਕਟ ਕੈਲਕੂਲੇਟ ਕਰਾਂਗੇ। ਸੋ ਮਾਸ ਡਿਫੈਕਟ ਦੇ ਲਈ ਆਪਾਂ ਨੂੰ ਮਾਸ ਆਫ ਨਿਊਕਲੀਅਸ ਤਾਂ ਗਿਵਨ ਹੈ, ਲੇਕਿਨ ਆਪਾਂ ਨੂੰ ਹੁਣ ਕੀ ਚਾਹੀਦਾ ਹੈ ਕਿ ਜਿਹੜੇ ਨਿਊਟਰੋਨਸ ਤੇ ਪ੍ਰੋਟੋਨਸ ਨੇ ਉਹਨਾਂ ਦਾ ਮਾਸ ਕੀ ਹੈ। ਸੋ ਉਹ ਕੈਲਕੂਲੇਟ ਕਰੀਏ। ਪਹਿਲਾਂ ਆਪਾਂ ਦੇਖੀਏ ਇਸ ਨਿਊਕਲੀਅਸ ਦੇ ਵਿੱਚ ਆਪਣੇ ਕੋਲ ਨੰਬਰ ਆਫ ਪ੍ਰੋਟੋਨਸ ਕਿੰਨੇ ਨੇ। ਨੰਬਰ ਆਫ ਪ੍ਰੋਟੋਨਸ,
ਸੋ ਸਮਾਲ p ਸ਼ਾਰਟ ਦੇ ਵਿੱਚ ਹੀ ਲਿਖ ਰਹੀ ਹਾਂ ਸਮਾਲ p, ਉਹ ਕਿੰਨਾ ਹੋਏਗਾ ਜਿੰਨਾ ਇਹਦਾ atomic number है, that is number of protons are 20. number of neutrons small n, वो कितना होगा mass number minus atomic number, 40 minus 20 is equal to 20. so protons भी 20 ने और neutrons भी 20 ने, so mass calculate करिए, mass of 20 protons and 20 neutrons. so total mass कितना आएगा जब 20 ਨੂੰ ਮਲਟੀਪਲਾਈ ਕਰਾਂਗੇ ਵਿਦ ਮਾਸ ਆਫ 1 ਪ੍ਰੋਟੋਨ, ਫਿਰ ਪਲੱਸ 20 ਨੂੰ ਮਲਟੀਪਲਾਈ ਕਰਾਂਗੇ ਵਿਦ ਮਾਸ ਆਫ 1 ਨਿਊਟਰੋਨ. ਸੋ 20 ਮਲਟੀਪਲਾਈ ਬਾਈ ਮਾਸ ਆਫ 1 ਪ੍ਰੋਟੋਨ. ਮਾਸ ਆਫ 1 ਪ੍ਰੋਟੋਨ ਆਪਾਂ ਨੂੰ ਇੱਥੇ ਗਿਵਨ ਹੈ, ਸੋ ਉਹਨੂੰ ਮੈਂ ਪੁੱਟ ਕਰਾਂ 1.00782 then plus 20 neutrons into mass of 1 neutron 1.00866 ਸੋ ਆਨਸਰ ਆਪਾਂ ਨੂੰ ਆਏਗਾ ਐਟੋਮਿਕ ਮਾਸ ਯੂਨਿਟਸ ਦੇ ਵਿੱਚ. ਹੁਣ ਦੋਨਾਂ ਦੇ ਨਾਲ ਕੀ ਹੈ 20, ਸੋ 20 ਨੂੰ ਅਗਰ ਕਾਮਨ ਲੈ ਲਈਏ 20 ਬਾਹਰ, ਅੰਦਰ ਕੀ ਬਚੇਗਾ ਸਮ ਆਫ ਦਿਸ ਐਂਡ ਦਿਸ, ਮਤਲਬ 1.00782 plus 1.00866 then ਆਪਾਂ ਇਹਨੂੰ ਕੈਲਕੂਲੇਟ ਕਰੀਏ. ਸੋ ਐਡ ਕਰਨਾ ਹੈ ਆਪਾਂ, ਐਡ ਕਰਨ ਦੇ ਲਈ ਇੱਧਰ ਲਿਖ ਰਹੀ ਹਾਂ ਮੈਂ 1.00782, दूसरा की है 1.00866. सो ऐड करते, सो 8 and 6 14, 8 8 16. सो ये वैल्यू आई, इनू हुण आपां मल्टीप्लाई भी करना है विद 20. सो हुण आपां इत्थे मल्टीप्लाई करांगे 2 दे नाल मैं मल्टीप्लाई कर रहे हाँ, ਜਿਹੜਾ 0 ਹੋਏਗਾ ਉਹਨੂੰ ਬਾਅਦ ਦੇ ਵਿੱਚ ਆਪਾਂ ਯੂਜ਼ ਕਰ ਲਾਂਗੇ. 2 ਦੇ ਨਾਲ ਮਲਟੀਪਲਾਈ ਕਰਨ ਤੇ ਆਪਣੇ ਕੋਲ ਕੀ ਆਏਗਾ 2 0s 0, 9 2s 18, 4 2s 8 plus 1 9, 6 2s 12, 2 1s 2 plus 1 3, 2 0s 0 और ਲਾਸਟ ਤੇ ਕੀ ਆਊਗਾ 2 2s 4. ਹੁਣ ਆਪਾਂ ਜਿਹੜਾ 20 ਵਾਲਾ 0 ਹੈ ਇਹਨੂੰ ਪਹਿਲਾਂ ਨਾਲ ਯੂਜ਼ ਕਰਾਂਗੇ. ਹੁਣ ਆਪਾਂ ਪੁਆਇੰਟਸ ਦੇਖਾਂਗੇ ਕਿੰਨੇ ਡਿਜਿਟਸ ਤੋਂ ਬਾਅਦ ਕਿੰਨੇ ਡਿਜਿਟਸ ਛੱਡ ਕੇ ਲਗਾਉਣੇ ਨੇ 1 2 3 4 5 6. ਸਿਮਿਲਰਲੀ 1 2 3 4 5 and 6. ਸੋ ਇਹ ਆਪਣੇ ਕੋਲ ਆ ਗਿਆ 40.329800. ਸੋ ਜਾਂ ਫਿਰ ਬਿਨਾ ਜ਼ੀਰੋਜ਼ ਦੇ ਵੀ ਲਿਖ ਸਕਦੇ ਹਾਂ ਆਪਾਂ. ਸੋ ਇਹ ਆਪਣੇ ਕੋਲ ਆਨਸਰ ਆਇਆ. ਹੁਣ ਆਪਾਂ ਕੈਲਕੂਲੇਟ ਕਰਾਂਗੇ ਮਾਸ ਡਿਫੈਕਟ. ਮਾਸ ਡਿਫੈਕਟ ਦੈਟ ਇਜ਼ ਡੈਲਟਾ m. मास डिफेक्ट कितना कैलकुलेट करांगे, जो अपने को ये मास आया है 20 प्रोटॉन्स दा और 20 न्यूट्रॉन्स दा, ਇਹਦੇ ਵਿੱਚੋਂ ਆਪਾਂ ਮਾਈਨਸ ਕੀ ਕਰਨਾ ਹੈ मास ऑफ द न्यूक्लियस. सो मैं ਇੱਥੇ ਸਬਟ੍ਰੈਕਸ਼ਨ ਸ਼ੋ ਕਰਾਂਗੀ 30.329800, नीचे ਆਪਾਂ ਲਿਖਾਂਗੇ 39.962589. ਸੋ ਆਪਾਂ ਇਹ ਸਬਟ੍ਰੈਕਸ਼ਨ ਕਰੀਏ ਇੱਥੇ. ਹੁਣ ਪਹਿਲਾਂ ਕੈਰੀ ਲਈਏ 7 9, ਸੋ ਇੱਥੇ 10 1 ਅਗੇਨ 1 7 ਵਿੱਚੋਂ 5 ਗਏ 2 then 9 ਚੋਂ 2 ਗਏ 7. ਹੁਣ ਫਿਰ ਇੱਕ ਹੋਰ ਕੈਰੀ ਦੀ ਜ਼ਰੂਰਤ ਹੈ. ਇੱਥੇ 3 ਇੱਥੇ 9 ਇੱਥੇ 12 ਤੇ ਫਿਰ ਇੱਥੇ ਵੀ 12. ਸੋ 6 3 point, ਸੋ 9 ਚੋਂ 9 ਗਏ 0, 3 ਚੋਂ 3 ਗਏ 0. सो आपने को आंसर की आया है 0.367211. एक ही है डेल्टा m 0.367211 u मीन्स एटॉमिक मास यूनिट्स. डेल्टा m तो बाद हम आप कैलकुलेट की करांगे बाइंडिंग एनर्जी. सो बाइंडिंग एनर्जी आप किद्दां कैलकुलेट करते हैं मास डिफेक्ट नू आप मल्टीप्लाई करांगे विद 931. आंसर किहदे च आएगा मेगा इलेक्ट्रॉन वोल्ट्स दे विच. सो बाइंडिंग एनर्जी बिकॉज बाइंडिंग एनर्जी होंगी है डेल्टा m c स्क्वेयर. सो अगर आप एटॉमिक मास यूनिट का इक्विवेलेंट कढ़ना है मेगा इलेक्ट्रॉन वोल्ट दे विच, दैन आप सीधा की कन्वर्जन यूज करते हैं जिहड़ा डेल्टा m है अपने कोल उहनूं 931 दे नाल मल्टीप्लाई करो, जिहड़ा आंसर आएगा वो मेगा इलेक्ट्रॉन वोल्ट्स आएगा और वो की चीज़ आएगी दैट इज द बाइंडिंग एनर्जी. सो 0.367211 इंटू 931. सो ये मल्टीप्लाई करन ते अपने को जेड़ा आंसर आएगा वो किदे विच आएगा इन मेगा इलेक्ट्रॉन वोल्ट्स. सो मल्टीप्लाई करन ते 931
सो 1 ਦੇ ਨਾਲ ਕਰਨਾ ਹੈ, ਫਰਸਟ ਲਾਈਨ ਸੇਮ ਆਏਗੀ 1 1 2 7 6 3। ਸੋ ਹੁਣ ਆਪਾਂ ਨੈਕਸਟ 3 ਦੇ ਨਾਲ ਮਲਟੀਪਲਾਈ ਕਰੀਏ। 3 1 ਜ਼ 3, 3 1 ਜ਼ 3, 3 2 ਜ਼ 6, then 3 7 ਜ਼ that is 21, so 7 3 ਜ਼ 21, 6 3 ਜ਼ 18, 19 20, then 3 3 ਜ਼ 9 plus 2 11। ਹੁਣ ਬਚੀ ਆਪਣੇ ਕੋਲ ਲਾਸਟ ਲਾਈਨ that is 9 ਦੇ ਨਾਲ ਮਲਟੀਪਲਾਈ ਕਰਾਂਗੇ। ਸੋ 9 1 ਜ਼ 9, 9 1 ਜ਼ 9, 9 2 ਜ਼ 18, 7 9 ਜ਼ 63 plus 1 64, 6 9 ਜ਼ 54, 54 ਤੇ 6 60, और लास्ट की है 9 3 ज़ा 27, 27 ਦੇ ਵਿੱਚ ਆਪਾਂ 6 ਐਡ ਕਰਾਂਗੇ। ਸੋ 9 3 ज़ा 27, 28 29 30 31 32 ਤੇ 33। ਸੋ ਫਾਈਨਲੀ ਆਪਣੇ ਕੋਲ ਐਡ ਕਰਨ ਤੇ ਆਏਗਾ ਇੱਥੇ 1 4 plus 1 3 plus 1 4 9 10 11 12 13 14 7 7 14, 14 ਦੇ ਵਿੱਚ ਆਪਾਂ ਕੀ ਹੈ 9 ਐਡ ਕਰਾਂਗੇ। ਸੋ 14 ਦੇ ਵਿੱਚ 9 ਐਡ ਕਰਨ ਤੇ ਆਪਣੇ ਕੋਲ ਆਏਗਾ 23। ਸੋ 2 then 6 7 8, 8 plus 8 16 plus 1 17, 4 4 8 1 4 3। ਸੋ ਹੁਣ ਆਪਾਂ ਪੁਆਇੰਟ ਦੇਖੀਏ 1 2 3 4 5 6, 1 2 3 4 5 and 6। सो अपने को आंसर आया है 341.8734441 और ये आंसर किस चीज़ का है? दैट इज द बाइंडिंग एनर्जी। यूनिट्स की है मेगा इलेक्ट्रॉन वोल्ट। सो एंड वाला स्टेप की है दैट इज बाइंडिंग एनर्जी पर न्यूक्लियन। पर न्यूक्लियन मीनस जी बाइंडिंग एनर्जी आई है इनू आप डिवाइड करना है मास नंबर दे नाल दैट इज कैपिटल ए दी वैल्यू दे नाल। सो बाइंडिंग एनर्जी पर न्यूक्लियन, बाइंडिंग एनर्जी पर न्यूक्लियन दैट इज बाइंडिंग एनर्जी दी वैल्यू ओवर की लिखांगे आप मास नंबर कितना है 40। सो डिनोमिनेटर जाएगा 40। सो आप पूरी टर्म ਨੂੰ 40 ਦੇ ਨਾਲ ਡਿਵਾਈਡ ਕਰਨਾ ਹੈ। ਸੋ ਆਪਾਂ ਕੀ ਕਰੀਏ 4 ਦੇ ਨਾਲ ਡਿਵਾਈਡ ਕਰ ਲਈਏ ਦੈਨ ਜਿਹੜਾ ਪੁਆਇੰਟ ਹੈ ਬਾਅਦ ਦੇ ਵਿੱਚ ਯੂਜ਼ ਕਰ ਲਾਂਗੇ। ਸੋ ਇਹਨੂੰ ਆਪਾਂ ਇਦਾਂ ਕਰ ਸਕਦੇ ਹਾਂ। ਸੋ 4 ਦੇ ਨਾਲ ਡਿਵਾਈਡ ਕਰਨ ਤੇ ਹੁਣ ਆਪਣੇ ਕੋਲ ਕੀ ਆਏਗਾ ਪਹਿਲੇ। ਸੋ ਅਗਰ ਪੁਆਇੰਟ ਇਹ ਵਾਲਾ ਪੁਆਇੰਟ ਵੀ ਹਟਾਣਾ ਹੋਵੇ ਦੈਨ ਨੀਚੇ ਜ਼ੀਰੋਜ਼ ਆਉਣਗੀਆਂ 1 2 3 4 5 6 मतलब एक ऑलरेडी है नीचे की है ਹੁਣ 7 ਜ਼ੀਰੋਜ਼ ਨੇ। ਸੋ ਹੁਣ ਆਪਾਂ ਮਲਟੀਪਲਾਈ ਡਿਵਾਈਡ ਕਰਾਂਗੇ ਇਸ ਕੁਆਂਟੀਟੀ ਨੂੰ 4 ਦੇ ਨਾਲ 4। सो पहले 34 है इत्थे की आएगा हम 4 9 ज़ा 36 बट 8 ज़ा 32। सो 2 इधर आया हुण इत्थे की है 21। सो 4 5 ज़ा 20 देन एक इधर आएगा 18 बन गया देन 4 4 ज़ा 16 27 4 6 ज़ा 24 देन 33 बन गया then 4 8 ज़ा 32 14 बन गया then 4 3 ज़ा 12 8 24 4 6 ज़ा 24। ਹੁਣ ਕੀ ਹੈ 1 ਬਚ ਰਿਹਾ ਹੈ 4 ਦੇ ਟੇਬਲ ਤੇ ਨਹੀਂ ਜਾਂਦਾ। ਸੋ 0 ਲਗਾਵਾਂਗੇ ਇੱਥੇ ਕੀ ਬਣੇਗਾ ਹੁਣ 10। ਜਦ ਐਕਚੁਅਲੀ ਤੁਸੀਂ ਡਿਵਾਈਡ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਹੁਣ ਇੱਥੇ 10 then 4 2 ज़ा 8 ਬਟ ਨਾਲ ਕੀ ਹੈ पॉइंट भी यूज़ करांगे बिकॉज जब आप 0 लगाया मीनस उदों नहीं जा रहा सी 4 के टेबल ते फिर पॉइंट यूज़ किया उत्थे 10 बन गया 4 2 ज़ा 8। सो फिलहाल अगे नहीं करांगे इनफ है। हुण नीचे की है अपने कोल 7 जीरोज़ ने। सो आप हुण इहनूं की है शिफ्ट करांगे पॉइंट नूं 7 डिजिट्स छड्ड के। सो 7 डिजिट्स जब छड्डांगे 1 2 3 4 5 6 7 सो अपने कोल पॉइंट इत्थे आएगा। सो आई थिंक तुहानूं क्लीयर है हुण। सो ए पॉइंट अपना शिफ्ट हो गया 7 डिजिट्स अगे तक। सो एंड ते आंसर की आया अपने को बाइंडिंग एनर्जी पर न्यूक्लियन 8.546
ਜਾਂ ਇਹਨੂੰ ਅਗਰ ਰਾਉਂਡ ਆਫ ਕਰਨਾ ਹੋਵੇ ਬਿਕੋਜ਼ ਪਿੱਛੇ ਕੀ ਹੈ ਵੱਡੀ ਵੈਲਿਊ ਹੈ, ਸੋ ਇੰਨੇ ਸਾਰੇ ਡਿਜਿਟਸ ਲਿਖਣ ਦੀ ਬਜਾਏ ਮੈਂ ਰਾਉਂਡ ਆਫ ਕੀਤਾ ਹੈ, ਸੋ ਇਹ ਵੱਡਾ ਹੈ, ਸੋ ਰਾਉਂਡ ਆਫ ਕਰਨ ਤੇ 6 ਕੀ ਹੈ ਬਾਈ 1 ਡਿਜਿਟ ਇਨਕਰੀਜ਼ ਹੋ ਜਾਏਗਾ। ਸੋ ਇਹ ਆਪਣੇ ਕੋਲ ਬਣ ਗਿਆ ਆਨਸਰ ਆਫ ਦਿਸ ਨੂਮੈਰੀਕਲ। ਸੋ ਇਹਦੇ 'ਚ ਆਪਾਂ ਕੀਤਾ ਕੀ ਹੈ ਪੂਰੇ ਨੂਮੈਰੀਕਲ ਦੇ ਵਿੱਚ, ਪਹਿਲੇ ਤਾਂ ਮਾਸ ਡਿਫੈਕਟ ਦੀ ਨੌਲੇਜ ਹੋਣੀ ਚਾਹੀਦੀ ਹੈ। ਸੋ ਮਾਸ ਡਿਫੈਕਟ ਆਪਾਂ ਕੈਲਕੂਲੇਟ ਕੀਤਾ, ਮਾਸ ਡਿਫੈਕਟ ਤੋਂ ਬਾਅਦ ਆਪਾਂ ਬਾਈਂਡਿੰਗ એનર્ਜੀ ਕੈਲਕੂਲੇਟ ਕਰਨੀ ਸੀ। ਬਾਈਂਡਿੰਗ એનર્ਜੀ ਕੈਲਕੂਲੇਟ ਕਰਨ ਦੇ ਲਈ ਕੀ ਹੈ ਆਪਾਂ ਮਾਸ ਡਿਫੈਕਟ ਨੂੰ ਮਲਟੀਪਲਾਈ ਕੀਤਾ ਕਿਸ ਚੀਜ਼ ਦੇ ਨਾਲ, 931 ਮੈਗਾ ਇਲੈਕਟ੍ਰੋਨ ਵੋਲਟ। ਸੋ ਆਫਟਰ ਮਲਟੀਪਲਾਈਂਗ ਆਪਣੇ ਕੋਲ ਕੀ ਹੈ ਬਾਈਂਡਿੰਗ એનર્ਜੀ ਆਈ। ਬਾਈਂਡਿੰਗ એનર્ਜੀ ਪਰ ਨਿਊਕਲੀਓਨ ਕੈਲਕੂਲੇਟ ਕਰਨ ਦੇ ਲਈ ਬਾਈਂਡਿੰਗ એનર્ਜੀ ਦੀ ਵੈਲਿਊ ਨੂੰ ਆਪਾਂ ਮਾਸ ਨੰਬਰ ਦੇ ਨਾਲ ਡਿਵਾਈਡ ਕੀਤਾ ਹੈ। ਮਾਸ ਨੰਬਰ ਕਿੰਨਾ ਸੀ, ਦੈਟ ਇਜ਼ 40। ਸੋ ਆਫਟਰ ਡਿਵਾਈਡਿੰਗ ਵਿਦ 40 ਆਪਣੇ ਕੋਲ ਫਾਈਨਲੀ ਜਿਹੜਾ ਆਨਸਰ ਆਇਆ ਉਹ ਕੀ ਹੈ, ਦੈਟ ਇਜ਼ 8.547 ਮੈਗਾ ਇਲੈਕਟ੍ਰੋਨ ਵੋਲਟ ਦੇ ਵਿੱਚ, ਐਂਡ ਦੈਟ ਇਜ਼ ਪਰ ਨਿਊਕਲੀਓਨ, ਮਤਲਬ ਇੱਕ ਨਿਊਕਲੀਓਨ ਪਿੱਛੇ ਇੰਨੀ ਬਾਈਂਡਿੰਗ એનર્ਜੀ ਹੋਏਗੀ। ਸੋ ਇਹ ਆਪਣਾ ਇੰਨਾ ਹੀ ਕੰਮ ਸੀ। ਸੋ ਇੱਕ ਨੂਮੈਰੀਕਲ ਹੁਣ ਆਪਾਂ ਹੋਰ ਟਰਾਈ ਕਰਦੇ ਹਾਂ, ਥੋੜਾ ਜਿਹਾ ਡਿਫਰੈਂਟ ਹੈ। A radioactive substance has a half life period 30 days, मतलब ਆਪਾਂ ਨੂੰ ਕੀ ਹੈ ਕੈਪੀਟਲ T ਦੀ ਵੈਲਿਊ ਗਿਵਨ ਹੈ, that is 30 days। then ਆਪਾਂ ਕੈਲਕੂਲੇਟ ਕੀ ਕਰਾਂਗੇ, time taken for 1/8 of original number of atoms to remain unchanged। to remain unchanged means ਆਪਣੇ ਕੋਲ ਸੈਂਪਲ ਦੇ ਵਿੱਚ ਇੰਨੇ ਨੰਬਰ ਆਫ ਐਟਮਸ ਬਚੇ ਨੇ, ਮਤਲਬ ਆਪਾਂ ਕੋਲ n ਦੀ ਵੈਲਿਊ ਕਿੰਨੀ ਹੋਗੀ, ਇਨੀਸ਼ੀਅਲ ਨੰਬਰ ਆਫ ਐਟਮਸ ਦਾ 8ਵਾਂ ਪਾਰਟ। ਸੋ n ਦੀ ਵੈਲਿਊ ਹੈ n0/8। ਸੋ ਇੱਥੇ ਤੁਸੀਂ ਦੇਖ ਰਹੇ ਹੋਵੋਗੇ ਕਿ ਮੈਂ ਇੱਕ ਫਾਰਮੂਲਾ ਲਿਖਿਆ ਹੈ, that is n is equal to n0 half whole power small n। ਇਹ ਕੀ ਹੁੰਦਾ ਹੈ ਕਿ ਆਪਣੇ ਕੋਲ n ਹਾਫ ਲਾਈਫਸ ਬੀਤਣ ਤੋਂ ਬਾਅਦ ਕਿੰਨੇ ਐਟਮਸ ਬਚੇ ਨੇ। ਸੋ ਇਹ ਫਾਰਮੂਲਾ ਉਸ ਚੀਜ਼ ਦਾ ਹੈ, ਬਿਕੋਜ਼ ਆਪਾਂ ਨੂੰ ਪਤਾ ਹੈ ਕਿ ਇੱਕ ਹਾਫ ਲਾਈਫ ਬੀਤਣ ਤੋਂ ਬਾਅਦ ਆਪਣੇ ਕੋਲ n ਕਿੰਨਾ ਹੁੰਦਾ ਹੈ, n0/2। ਦੋ ਹਾਫ ਲਾਈਫਸ ਬੀਤਣ ਤੋਂ ਬਾਅਦ ਇਹ ਕਿੰਨਾ ਹੋਏਗਾ, ਇਹਦਾ ਸਕੁਆਇਰ। ਇਸੇ ਤਰ੍ਹਾਂ n ਹਾਫ ਲਾਈਫਸ ਬੀਤਣ ਤੋਂ ਬਾਅਦ n ਦਾ ਫਾਰਮੂਲਾ ਹੁੰਦਾ ਹੈ ਇਹ ਚੀਜ਼। ਸੋ ਵੇਅਰ ਸਮਾਲ n ਨੂੰ ਆਪਾਂ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ, ਸਮਾਲ t is equal to this much। ਟੋਟਲ ਟਾਈਮ ਕਿੰਨਾ ਹੈ, n ਮਤਲਬ ਕਿੰਨੀ ਵਾਰੀ ਹਾਫ ਲਾਈਫਸ ਹੋਈਆਂ, ਔਰ ਮਲਟੀਪਲਾਈ ਕਰਾਂਗੇ ਇੱਕ ਹਾਫ ਲਾਈਫ ਦੇ ਨਾਲ। ਸੋ n ਦੀ ਵੈਲਿਊ ਕਿੰਨੀ ਆ ਗਈ, t ਓਵਰ ਕੈਪੀਟਲ T। ਜਸਟ ਹੁਣ ਆਪਾਂ ਕੀ ਹੈ ਇੱਕ ਸਟੈਪ ਦਾ ਇਕੁਏਸ਼ਨ ਹੈ, t ਦੀ ਵੈਲਿਊ ਆਪਾਂ ਨੂੰ ਨਹੀਂ ਪਤਾ, ਕੈਪੀਟਲ T ਦੀ ਵੈਲਿਊ ਆਪਣੇ ਕੋਲ ਕੀ ਹੈ, ਦੈਟ ਇਜ਼ 30 days। ਦੈਨ ਹੁਣ ਆਪਾਂ ਕੀ ਹੈ ਇਸ ਫਾਰਮੂਲੇ ਦੇ ਵਿੱਚ ਪੁੱਟ ਕਰਾਂਗੇ ਸਾਰੀਆਂ ਚੀਜ਼ਾਂ। n ਕੀ ਹੈ, n0/8 is equal to m0 as such, 1/2 ਵੀ as such। n ਦੀ ਵੈਲਿਊ ਕੀ ਹੈ, small t/30। ਰੈਸੀਪ੍ਰੋਕਲ ਲਈਏ ਦੋਨੋਂ ਸਾਈਡਸ ਤੇ, 8 is equal to 2 ਦੀ ਪਾਵਰ t/30। ਰੈਸੀਪ੍ਰੋਕਲ ਲਿਆ ਹੈ ਮੈਂ, 1/8 8 ਬਣ ਗਿਆ, 1/2 ਕੀ ਬਣ ਗਿਆ 2, ਉੱਤੇ ਪਾਵਰ ਐਸ ਸੱਚ। 8 ਨੂੰ ਆਪਾਂ ਲਿਖ ਸਕਦੇ ਹਾਂ 2 ਦੀ ਪਾਵਰ 3, ਬਿਕੋਜ਼ 2 ਦੀ ਪਾਵਰ 3 ਕੀ ਹੁੰਦਾ ਹੈ 8। ਹੁਣ ਬੇਸਿਸ ਸੇਮ ਨੇ, ਪਾਵਰਸ ਨੂੰ ਆਪਾਂ ਕੀ ਹਨ ਇਕੁਏਟ ਕਰ ਸਕਦੇ ਹਾਂ। ਸੋ t/30 ਕਿਹਦੇ ਬਰਾਬਰ ਆ ਗਿਆ 3 ਦੇ, ਜਾਂ ਫਿਰ ਸਮਾਲ t 90 days। ਸੋ ਇਹ ਸੀ ਆਪਣਾ ਨੂਮੈਰੀਕਲ। ਇੱਕ ਵਾਰ ਮੈਂ ਦੱਸਾਂ ਕਿ ਇਹ ਫਾਰਮੂਲਾ ਆਪਾਂ ਯੂਜ਼ ਕੀਤਾ ਕਿੱਦਾਂ ਬਣਿਆ, ਆਫਟਰ n ਹਾਫ ਲਾਈਫਸ ਬੀਤਣ ਤੋਂ ਬਾਅਦ ਨੰਬਰ ਆਫ ਐਟਮਸ ਜਿੰਨੇ ਬਚਦੇ ਹਨ that are equal to n0 ਹਾਫ ਦੀ ਪਾਵਰ ਸਮਾਲ n, ਮਤਲਬ ਕਿੰਨੀਆਂ ਹਾਫ ਲਾਈਫਸ ਬੀਤੀਆਂ। then n ਦੀ ਵੈਲਿਊ that is given by t over 30। ਜਸਟ ਆਪਾਂ ਇਸ ਫਾਰਮੂਲੇ ਦੇ ਵਿੱਚ ਪੁੱਟ ਕੀਤਾ ਹੈ ਕੈਪੀਟਲ n ਦੀ ਵੈਲਿਊ ਨੂੰ, ਜੋ ਕੁਐਸਚਨ 'ਚ ਗਿਵਨ ਸੀ ਕਿ ਕਿੰਨੇ ਐਟਮਸ ਬਚ ਰਹੇ ਹਨ, 1/8 ਆਫ ਦ ਇਨੀਸ਼ੀਅਲ ਨੰਬਰ ਆਫ ਐਟਮਸ। ਸੋ ਇਹ ਪੁੱਟ ਕੀਤਾ, ਸਮਾਲ n ਦੀ ਵੈਲਿਊ ਪੁੱਟ ਕੀਤੀ, ਬਾਕੀ ਜਸਟ ਆਪਣਾ ਕੀ ਹੈ ਮੈਥਮੈਟੀਕਲ ਸਟੈਪਸ ਹਨ। ਸੋ ਆਪਣੇ ਕੋਲ ਟਾਈਮ ਟੇਕਨ ਕਿੰਨਾ ਆਇਆ, ਦੈਟ ਇਜ਼ 90 days, ਕਿ 90 ਦਿਨਾਂ ਦੇ ਵਿੱਚ ਜਿਹੜੇ ਨੰਬਰ ਆਫ ਐਟਮਸ ਨੇ, ਇਨੀਸ਼ੀਅਲ ਨੰਬਰ ਆਫ ਐਟਮਸ ਦੇ 1/8 ਰਹਿ ਜਾਣਗੇ। ਸੋ ਇਹ ਸੀ ਆਪਣਾ ਦੂਸਰਾ ਨੂਮੈਰੀਕਲ। ਇਹਦੇ ਨਾਲ ਹੁਣ ਆਪਣਾ ਜਿਹੜਾ ਇਹ ਚੈਪਟਰ ਹੈ, ਇਨਫੈਕਟ ਜਿਹੜਾ ਯੂਨਿਟ ਹੈ ਐਟਮਸ ਐਂਡ ਨਿਊਕਲੀਆਈ, ਆਲਮੋਸਟ ਖਤਮ ਹੋ ਚੁੱਕਾ ਹੈ। ਸੋ ਨੈਕਸਟ ਆਪਾਂ ਅਗਲੇ ਯੂਨਿਟ ਦੀ ਗੱਲ ਕਰਾਂਗੇ। ਸੋ ਫਿਲਹਾਲ ਅੱਜ ਦੇ ਲਈ ਇੰਨਾ ਹੀ ਕੰਮ। ਥੈਂਕ ਯੂ।